ਅੱਜ ਦੁਬਈ ਵਿੱਚ 에ਅਰ ਹੋਸਟ ਦੀ ਟ੍ਰੇਨਿੰਗ ਦਾ ਮੇਰਾ ਪਹਿਲਾ ਦਿਨ ਸੀ ਅਤੇ ਮੈਂ ਬਹੁਤ ਖੁਸ਼ ਅਤੇ ਉਤਸ਼ਾਹਿਤ ਸੀ। ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਉਹ ਦਿਨ ਆ ਗਿਆ ਜਦੋਂ ਮੈਂ ਆਪਣੇ ਸੁਪਨਿਆਂ ਵੱਲ ਪਹਿਲਾ ਕਦਮ ਰੱਖਿਆ। ਮੇਰੇ ਨਾਲ 4 ਹੋਰ ਕੁੜੀਆਂ ਸਨ ਅਤੇ ਅੱਜ ਤੋਂ ਸਾਡੇ ਗਰੁੱਪ ਦੀ ਟ੍ਰੇਨਿੰਗ ਸ਼ੁਰੂ ਹੋ ਰਹੀ ਸੀ। ਸਾਡੇ ਤੋਂ ਪਹਿਲਾਂ 2 ਗਰੁੱਪਾਂ ਨੇ ਸਿਖਲਾਈ ਪੂਰੀ ਕੀਤੀ ਸੀ ਅਤੇ ਸਫਲਤਾ ਪ੍ਰਾਪਤ ਕੀਤੀ ਸੀ ਅਤੇ ਅੱਜ ਤੀਜਾ ਗਰੁੱਪ ਜਣੀ ਸਾਡਾ ਮੈਦਾਨ ਵਿੱਚ ਉਤਰਿਆ ਸੀ। ਮੈਂ ਇਸ ਦਿਨ ਦਾ ਇੰਨੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ। ਉਹ ਦਿਨ ਕਦੋਂ ਆਵੇਗਾ ਜਦੋਂ ਸਾਡੀ ਸਿਖਲਾਈ ਸ਼ੁਰੂ ਹੋਵੇਗੀ। ਸਾਨੂੰ ਸਾਰੀਆਂ ਕੁੜੀਆਂ ਨੂੰ ਤਿਆਰ ਹੋਣ ਲਈ ਅੱਧਾ ਘੰਟਾ ਦਿੱਤਾ ਗਿਆ ਸੀ। ਅੱਧੇ ਘੰਟੇ ਵਿੱਚ ਅਸੀਂ ਸਾਰੀਆਂ ਕੁੜੀਆਂ ਤਿਆਰ ਹੋ ਕੇ ਹੇਠਾਂ ਪਹੁੰਚ ਗਈਆਂ। ਜਦੋਂ ਅਸੀਂ ਹੇਠਾਂ ਪਹੁੰਚੇ ਤਾਂ ਮੈਡਮ ਨੇ ਸਾਨੂੰ 4 ਕੁੜੀਆਂ ਨੂੰ ਕਾਰ ਵਿੱਚ ਬੈਠਣ ਦਾ ਇਸ਼ਾਰਾ ਕੀਤਾ। ਉਹ ਕਾਰ ਅਤੇ ਕਾਰ ਡਰਾਈਵਰ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ, ਪਰ ਅਸੀਂ ਮੈਡਮ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਨਾ ਕਰ ਸਕੇ, ਇਸ ਲਈ ਅਸੀਂ ਸਾਰੇ ਚੁੱਪਚਾਪ ਕਾਰ ਵਿੱਚ ਬੈਠ ਗਏ। ਸਾਡੀ ਕਾਰ ਨੂੰ ਏਅਰਪੋਰਟ ਦੀ ਬਜਾਏ ਕਿਸੇ ਅਣਜਾਣ ਰਸਤੇ ਵੱਲ ਵੱਧਦਾ ਦੇਖ ਕੇ ਮੈਂ ਆਪਣੀ ਮੈਡਮ ਜੋ ਅੱਗੇ ਬੈਠੀ ਸੀ ਨੂੰ ਪੁੱਛਿਆ, ਮੈਡਮ ਅਸੀਂ ਕਿੱਥੇ ਜਾ ਰਹੇ ਹਾਂ? ਮੇਰੇ ਸਵਾਲ ਤੇ ਉਸਨੇ ਸਾਵਧਾਨੀ ਨਾਲ ਕਿਹਾ, ਇਹ ਤੁਹਾਡਾ ਸ਼ਹਿਰ ਨਹੀਂ, ਦੁਬਈ ਹੈ। ਇੱਥੇ ਸਿਖਲਾਈ ਦੇ ਨਿਯਮ ਵੱਖਰੇ ਹਨ, ਇਸ ਲਈ ਚੁੱਪ ਰਹੋ। ਮੈਡਮ ਦੀ ਝਿੜਕ ਸੁਣ ਕੇ ਮੈਨੂੰ ਹੋਰ ਕੁੜੀਆਂ ਦੇ ਸਾਹਮਣੇ ਸ਼ਰਮ ਮਹਿਸੂਸ ਹੋਈ। ਇਸ ਤੋਂ ਬਾਅਦ ਮੇਰੇ ਮੂੰਹੋਂ ਇੱਕ ਵੀ ਸ਼ਬਦ ਨਹੀਂ ਨਿਕਲਿਆ। ਮੈਂ ਸਾਰਾ ਰਸਤਾ ਚੁੱਪਚਾਪ ਬੈਠੀ ਰਹੀ। ਕਾਰ ਕਾਫੀ ਦੇਰ ਚੱਲਦੀ ਰਹੀ ਅਤੇ ਫਿਰ ਇੱਕ ਖਾਸ ਜਗ੍ਹਾ ਤੇ ਰੁਕ ਗਈ। ਮੈਂ ਹੈਰਾਨ ਸੀ ਕਿ ਅਸੀਂ ਕਿੱਥੇ ਆ ਗਏ। ਟ੍ਰੇਨਿੰਗ ਵਾਲੀ ਮੈਡਮ ਨੇ ਸਾਨੂੰ ਸਾਰਿਆਂ ਨੂੰ ਕਾਰ ਤੋਂ ਹੇਠਾਂ ਉਤਰਨ ਦਾ ਇਸ਼ਾਰਾ ਕੀਤਾ ਅਤੇ ਅਸੀਂ ਉਸ ਦੇ ਪਿੱਛੇ ਪਿੱਛੇ ਅੰਦਰ ਚਲੇ ਗਏ। ਇਸ ਅਪਾਰਟਮੈਂਟ ਵਿੱਚ ਜ਼ਿਆਦਾਤਰ ਹਨੇਰਾ ਸੀ। ਉਹ ਸਾਨੂੰ ਇਸ ਜਗ੍ਹਾ ਤੇ ਬੇਸਮੈਂਟ ਵਿੱਚ ਲੈ ਗਈ। ਕੁਝ ਦੇਰ ਬਾਅਦ ਮੈਡਮ ਦੇ 3 ਦੋਸਤ ਵੀ ਉੱਥੇ ਆ ਗਏ। ਉਸ ਦੇ ਹੱਥ ਵਿੱਚ ਇੱਕ ਵੱਡੀ ਟਰੇ ਸੀ ਜਿਸ ਉੱਤੇ ਕੁਝ ਬੋਤਲਾਂ ਰੱਖੀਆਂ ਹੋਈਆਂ ਸਨ। ਮੈਡਮ ਨੇ ਕਿਹਾ, ਟ੍ਰੇਨਿੰਗ ਤੋਂ ਪਹਿਲਾਂ ਤੁਹਾਨੂੰ 2 ਹਫ਼ਤੇ ਦਾ ਟੈਸਟ ਦੇਣਾ ਪਵੇਗਾ। ਮੈਂ ਹੈਰਾਨ ਸੀ, ਇਹ ਕਿਸ ਕਿਸਮ ਦਾ ਟੈਸਟ ਹੈ? ਅਸੀਂ ਸਾਰੇ ਇਮਤਿਹਾਨ ਪਾਸ ਕਰਨ ਤੋਂ ਬਾਅਦ ਹੀ ਇੱਥੇ ਪਹੁੰਚੇ ਸੀ। ਫਿਰ ਹੁਣ ਇੱਕ ਹੋਰ ਇਮਤਿਹਾਨ। ਉਸ ਨੇ ਕਿਹਾ ਕਿ ਮੈਡਮ ਇਹ ਟੈਸਟ ਤੁਹਾਡੀ ਹਿੰਮਤ ਅਤੇ ਸਹਿਣਸ਼ੀਲਤਾ ਨੂੰ ਪਰਖਣ ਲਈ ਹੈ, ਕਿਉਂਕਿ ਜਦੋਂ ਤੱਕ 에ਅਰ ਹੋਸਟਸ ਵਿੱਚ ਹਿੰਮਤ ਅਤੇ ਸਹਿਣਸ਼ੀਲਤਾ ਨਹੀਂ ਹੋਵੇਗੀ, ਉਹ ਕਦੇ ਵੀ ਇੱਕ ਚੰਗੀ ਅਤੇ ਸਫਲ 에ਅਰ ਹੋਸਟਸ ਨਹੀਂ ਬਣ ਸਕਦੀ। ਮੈਂ ਮਨ ਹੀ ਮਨ ਕਿਹਾ ਕਿ ਐਵੇਂ ਹੀ ਮੈਡਮ ਤੇ ਸ਼ੱਕ ਕਰ ਰਹੀ ਸੀ। ਉਹ ਸਹੀ ਹੈ। ਪਤਾ ਨਹੀਂ ਕਿਉਂ ਮੈਨੂੰ ਬਹੁਤ ਸ਼ੱਕ ਕਰਨ ਦੀ ਆਦਤ ਸੀ। ਲੋਕਾਂ ਦੀ ਹਰ ਛੋਟੀ ਵੱਡੀ ਗੱਲ ਤੇ ਮੇਰੀਆਂ 6 ਇੰਦਰੀਆਂ ਮੈਨੂੰ ਸਿਗਨਲ ਦੇਣਾ ਸ਼ੁਰੂ ਕਰ ਦਿੰਦੀਆਂ ਅਤੇ ਮੈਨੂੰ ਆਪਣੀ ਇਸ ਆਦਤ ਦਾ ਬਹੁਤ ਫਾਇਦਾ ਹੋਇਆ। ਮੈਂ ਕਈ ਥਾਵਾਂ ਤੇ ਕਈ ਵਾਰ ਨੁਕਸਾਨ ਤੋਂ ਬਚੀ ਸੀ, ਪਰ ਇੱਥੇ ਮੈਨੂੰ ਇਹ ਸਭ ਨਜ਼ਰਅੰਦਾਜ਼ ਕਰਨਾ ਪੈਣਾ ਸੀ। ਇਹ ਮੇਰਾ ਦੇਸ਼ ਭਾਰਤ ਨਹੀਂ ਸੀ ਜਿੱਥੇ ਮੈਂ ਹਰ ਕਿਸੇ ਤੇ ਸ਼ੱਕ ਕਰਦੀ ਅਤੇ ਮੇਰੇ ਦਿਮਾਗ 'ਚ ਆਉਂਦੇ ਉਲਟੇ ਸਿੱਧੇ ਸਵਾਲਾਂ ਨਾਲ ਹਰ ਕਿਸੇ ਨੂੰ ਪਰੇਸ਼ਾਨ ਕਰਦੀ। ਇਹ ਦੁਬਈ ਸੀ, ਪ੍ਰੈਕਟੀਕਲ ਲੋਕਾਂ ਦਾ ਸ਼ਹਿਰ। ਮੈਨੂੰ ਇੱਥੇ ਧਿਆਨ ਰੱਖਣਾ ਪੈਣਾ ਸੀ। ਅਸੀਂ ਚੁੱਪ ਖੜੇ ਮੈਡਮ ਦੀਆਂ ਗੱਲਾਂ ਸੁਣ ਰਹੀ ਸੀ। ਉਸਨੇ ਉਹ ਬੋਤਲਾਂ ਸਾਡੇ ਸਾਰਿਆਂ ਸਾਹਮਣੇ ਰੱਖ ਦਿੱਤੀਆਂ ਅਤੇ ਕਿਹਾ, ਇਸ ਵਿੱਚ ਕਰੇਲੇ ਦਾ ਜੂਸ ਹੈ ਅਤੇ ਤੁਸੀਂ ਸਾਰਿਆਂ ਨੇ ਇਸ ਨੂੰ ਤੁਰੰਤ ਪੀਣਾ ਹੈ। ਮੈਡਮ ਦੀਆਂ ਇਹ ਗੱਲਾਂ ਸੁਣ ਕੇ ਅਸੀਂ 4 ਕੁੜੀਆਂ ਦੰਗ ਰਹਿ ਗਈਆਂ। ਕਰੇਲੇ ਦਾ ਰਸ ਸੁਣਦੇ ਹੀ ਮੈਨੂੰ ਉਲਟੀਆਂ ਆਉਣ ਲੱਗ ਪਈਆਂ। ਮੈਂ ਅੱਜ ਤੱਕ ਕਦੇ ਵੀ ਕਰੇਲੇ ਦਾ ਜੂਸ ਨਹੀਂ ਪੀਤਾ, ਪਰ ਸਪਸ਼ਟ ਹੈ ਕਿ ਇਹ ਸਾਡਾ ਇਮਤਿਹਾਨ ਸੀ ਅਤੇ ਮੈਂ ਆਪਣਾ ਕੈਰੀਅਰ ਬਣਾਉਣ ਲਈ ਇੱਥੇ ਆਈ ਸੀ। ਹੁਣ ਮੈਂ ਇਸ ਸਧਾਰਨ ਇਮਤਿਹਾਨ ਦੇ ਸਾਹਮਣੇ ਹਾਰ ਸਵੀਕਾਰ ਨਹੀਂ ਕਰ ਸਕਦੀ ਸੀ। ਬੋਤਲ ਦਾ ਢੱਕਣ ਖੋਲ੍ਹਣ ਵਾਲੀਆਂ ਸਾਰੀਆਂ ਕੁੜੀਆਂ ਵਿੱਚੋਂ ਮੈਂ ਪਹਿਲੀ ਸੀ। ਮੇਰੇ ਮਨ ਵਿੱਚ ਇੱਕ ਵਾਰ ਫਿਰ ਸ਼ੱਕ ਉੱਠਣ ਲੱਗਾ ਕਿ ਇਹ ਕਿਹੋ ਜਿਹਾ ਟੈਸਟ ਹੈ। ਅਸੀਂ ਕਿਹੜਾ ਫੌਜ ਵਿੱਚ ਟੈਸਟ ਦੇਣ ਆਏ ਹਾਂ? ਅਸੀਂ 에ਅਰ ਹੋਸਟਸ ਦੀ ਪੋਸਟ ਲਈ ਅਪਲਾਈ ਕੀਤਾ ਸੀ। ਫਿਰ ਸਾਨੂੰ ਇੰਨਾ ਅਜੀਬ ਕੰਮ ਕਿਉਂ ਦਿੱਤਾ ਜਾ ਰਿਹਾ ਹੈ? ਕੁਝ ਗਲਤ ਤਾਂ ਨਹੀਂ ਸੀ। ਇਹ ਲੋਕ ਸਾਨੂੰ ਧੋਖਾ ਤਾਂ ਨਹੀਂ ਦੇ ਰਹੇ ਸਨ, ਪਰ ਮੈਨੂੰ ਉਹਨਾਂ ਸਾਰੀਆਂ ਕੁੜੀਆਂ ਦੇ ਚਿਹਰੇ ਯਾਦ ਸਨ ਜੋ ਸਾਡੇ ਤੋਂ ਪਹਿਲਾਂ ਗਰੁੱਪ ਵਿੱਚ ਸਨ ਅਤੇ ਪਾਸ ਹੋ ਗਈਆਂ ਸਨ, ਅਤੇ ਹੁਣ ਮੈਂ ਵੀ ਹਰ ਇਮਤਿਹਾਨ ਪਾਸ ਕਰਕੇ ਇੱਕ ਚੰਗੀ 에ਅਰ ਹੋਸਟਸ ਬਣਨਾ ਚਾਹੁੰਦੀ ਸੀ ਅਤੇ ਇਹ ਮੇਰਾ ਸੁਪਨਾ ਵੀ ਸੀ ਅਤੇ ਲੋੜ ਵੀ। ਮੈਡਮ ਨੇ ਕਿਹਾ ਸੀ ਕਿ ਜਲਦੀ ਹੀ ਉਹ ਸਾਰੀਆਂ ਲੜਕੀਆਂ ਵੀ ਡਿਊਟੀ ਜੁਆਇਨ ਕਰ ਲੈਣਗੀਆਂ। ਇਸ ਲਈ ਮੈਂ ਆਪਣੇ ਆਪ ਨੂੰ ਤਸੱਲੀ ਦਿੱਤੀ ਅਤੇ ਬੋਤਲ ਦਾ ਢੱਕਣ ਖੋਲ੍ਹਿਆ ਅਤੇ ਉਸ ਵਿੱਚੋਂ ਇੱਕ ਘੁੱਟ ਪੀ ਲਈ। ਪਰ ਅਗਲੇ ਹੀ ਪਲ ਮੈਂ ਥੁੱਕ ਦਿੱਤਾ। ਇਹ ਕੀ ਸੀ? ਇੰਨਾ ਕੌੜਾ।
ਮੈਨੂੰ ਦੇਖ ਕੇ ਮੈਡਮ ਨੂੰ ਗੁੱਸਾ ਆ ਗਿਆ ਤੇ ਕਿਹਾ, ਹੁਣ ਜੇ ਤੁਸੀਂ 1 ਮਿੰਟ ਦੇ ਅੰਦਰ ਇਸ ਬੋਤਲ ਨੂੰ ਖਾਲੀ ਨਾ ਕੀਤਾ ਤਾਂ ਮੈਂ ਤੁਹਾਨੂੰ ਵਾਪਸੀ ਦੀ ਟਿਕਟ ਦੇ ਦਿਆਂਗੀ। ਜੂਸ ਦੀ ਕੜੱਤਣ ਕਾਰਨ ਮੈਂ ਆਪਣੀ ਨੱਕ ਨੂੰ ਦੱਬ ਕੇ ਘੁੱਟ ਲਿਆ ਅਤੇ ਸਾਰਾ ਜੂਸ ਇੱਕੋ ਘੁੱਟ ਵਿੱਚ ਪੀ ਲਿਆ ਅਤੇ ਖਾਲੀ ਕਰ ਦਿੱਤਾ। ਮੈਨੂੰ ਦੇਖ ਕੇ ਹੋਰ ਕੁੜੀਆਂ ਨੇ ਵੀ ਜ਼ਬਰਦਸਤੀ ਜੂਸ ਪੀਤਾ। ਮੈਨੂੰ ਸਮਝ ਨਹੀਂ ਆਈ ਕਿ ਮੇਰਾ ਦਿਮਾਗ ਕਿਉਂ ਘੁੰਮ ਰਿਹਾ ਹੈ। ਮੈਂ ਅੱਖਾਂ ਖੁੱਲੀਆਂ ਰੱਖਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੇਰੀਆਂ ਅੱਖਾਂ ਬੰਦ ਸਨ। ਪਤਾ ਨਹੀਂ ਕਿਸ ਕਾਰਨ ਕਰਕੇ ਇਸ ਕੌੜੇ ਕਰੇਲੇ ਦੇ ਰਸ ਨੇ ਮੈਨੂੰ ਅਜਿਹਾ ਮਹਿਸੂਸ ਕਰਵਾਇਆ ਜਿਵੇਂ ਮੇਰੇ ਸਾਹਮਣੇ ਜ਼ਮੀਨ ਘੁੰਮ ਰਹੀ ਹੋਵੇ। ਮੈਂ ਸ਼ਾਇਦ ਕੁਝ ਦੇਰ ਵਿੱਚ ਹੇਠਾਂ ਡਿੱਗ ਗਈ ਹੁੰਦੀ, ਪਰ ਮੈਡਮ ਨੇ ਆਪਣੇ ਨੌਕਰਾਂ ਨੂੰ ਇਸ਼ਾਰਾ ਕੀਤਾ ਅਤੇ ਕਿਹਾ ਕਿ ਇਹਨਾਂ ਕੁੜੀਆਂ ਨੂੰ ਹਨੇਰੇ ਕਮਰੇ ਵਿੱਚ ਛੱਡ ਦਿਓ ਅਤੇ ਉਹ ਕੁਝ ਹੋਰ ਵੀ ਕਹਿ ਰਹੀ ਸੀ, ਪਰ ਸੁਣਨ ਤੋਂ ਪਹਿਲਾਂ ਹੀ ਮੈਂ ਬੇਹੋਸ਼ ਹੋ ਗਈ। ਭਾਰਤ ਦੀ ਗਰੀਬ ਕੁੜੀ ਜੋ ਦੁਬਈ 에ਅਰ ਹੋਸਟਸ ਬਣਨ ਆਈ ਸੀ, ਆਪਣਾ ਸੁਪਨਾ ਪੂਰਾ ਕਰਨ ਆਈ ਸੀ, ਆਪਣੇ ਪੈਰਾਂ ਤੇ ਖੜਨਾ ਚਾਹੁੰਦੀ ਸੀ, ਆਪਣੇ ਪਰਿਵਾਰ ਲਈ ਕੁਝ ਕਰਨਾ ਚਾਹੁੰਦੀ ਸੀ। ਹੁਣ ਵਿਦੇਸ਼ ਚੋਂ ਹੋਰ ਲੋਕਾਂ ਦੇ ਰਹਿਮੋ ਕਰਮ ਤੇ ਸੀ। ਮੇਰਾ ਨਾਮ ਸੀਮਾ ਹੈ ਅਤੇ ਮੇਰਾ ਜਨਮ ਇੱਕ ਗਰੀਬ ਘਰ ਵਿੱਚ ਹੋਇਆ ਸੀ। ਮੇਰੇ ਵਿੱਚ ਸਿਰਫ ਇੱਕ ਖੂਬੀ ਸੀ ਕਿ ਮੈਂ ਗਰੀਬ ਹੋਣ ਦੇ ਬਾਵਜੂਦ ਪਰੀ ਵਰਗੀ ਦਿਸਦੀ ਸੀ। ਮੈਂ ਬਹੁਤ ਸੋਹਣੀ ਸੀ। ਜੋ ਮੈਨੂੰ ਇੱਕ ਵਾਰ ਦੇਖਦਾ ਸੀ ਉਹ ਮੇਰੇ ਵੱਲ ਦੇਖਦਾ ਹੀ ਰਹਿ ਜਾਂਦਾ ਸੀ। ਮੈਂ ਬਚਪਨ ਤੋਂ ਹੀ ਸੁੰਦਰ ਸੀ। ਮੇਰੇ ਤੋਂ ਛੋਟੇ 4 ਭੈਣ ਭਰਾ ਸਨ। ਗਰੀਬ ਹੋਣ ਦੇ ਬਾਵਜੂਦ ਮੇਰੇ ਪਿਤਾ ਜੀ ਨੇ ਸਾਰੀ ਉਮਰ ਸਖਤ ਮਿਹਨਤ ਕੀਤੀ ਅਤੇ ਸਾਨੂੰ ਭੈਣਾਂ ਭਰਾਵਾਂ ਨੂੰ ਪੜ੍ਹਾਇਆ ਅਤੇ ਪਿਤਾ ਵਜੋਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ। ਮੇਰੇ ਪਿਤਾ ਜੀ ਨੇ ਵੱਡੇ ਬੱਚੇ ਹੋਣ ਦੇ ਨਾਤੇ ਮੇਰੇ ਗੁੱਸੇ ਨੂੰ ਬਹੁਤ ਬਰਦਾਸ਼ਤ ਕੀਤਾ ਅਤੇ ਮੈਨੂੰ ਇੱਕ ਰਾਜਕੁਮਾਰੀ ਵਾਂਗ ਪਾਲਿਆ। ਮੈਂ ਅਜੇ MA ਪੂਰੀ ਕੀਤੀ ਹੀ ਸੀ ਕਿ ਇੱਕ ਦਿਨ ਮੇਰੇ ਪਿਤਾ ਜੀ ਨੂੰ ਅਧਰੰਗ ਦਾ ਦੌਰਾ ਪਿਆ ਅਤੇ ਉਹ ਮੰਜੇ ਤੇ ਲੇਟ ਗਏ। ਹੁਣ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੇ ਸਿਰ ਆ ਗਈ। ਮੈਂ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰਨ ਲੱਗੀ, ਪਰ ਸਾਡੇ ਘਰ ਦੇ ਖਰਚੇ ਬਹੁਤ ਸਨ ਅਤੇ ਮੇਰੀ ਤਨਖਾਹ ਬਹੁਤ ਘੱਟ ਸੀ। ਪਿਤਾ ਜੀ ਦੀਆਂ ਦਵਾਈਆਂ, ਘਰ ਦਾ ਰਾਸ਼ਨ ਅਤੇ ਮੇਰੀਆਂ ਭੈਣਾਂ ਤੇ ਭਰਾਵਾਂ ਦੀ ਸਕੂਲ ਦੀ ਫੀਸ, ਇਹ ਸਾਰੇ ਖਰਚੇ ਮੇਰੀ ਤਨਖਾਹ ਵਿੱਚੋਂ ਪੂਰੇ ਨਹੀਂ ਹੋ ਸਕਦੇ ਸਨ। ਮੈਂ ਅਜਿਹੀ ਨੌਕਰੀ ਕਰਨਾ ਚਾਹੁੰਦੀ ਸੀ ਜਿਸ ਵਿੱਚ ਮੈਨੂੰ ਵੱਧ ਤਨਖਾਹ ਮਿਲੇ। ਮੇਰੀ ਇੱਕ ਸਹਿਕਰਮੀ ਸੀ, ਉਸ ਦਾ ਨਾਮ ਰਚਨਾ ਸੀ। ਉਹ ਅੰਗਰੇਜ਼ੀ ਦਾ ਕੋਰਸ ਕਰ ਰਹੀ ਸੀ। ਜਦੋਂ ਉਸ ਨੂੰ ਮੇਰੇ ਘਰ ਬਾਰੇ ਪਤਾ ਲੱਗਾ ਤਾਂ ਉਹ ਮੈਨੂੰ ਦੱਸਣ ਲੱਗੀ ਕਿ ਮੈਂ ਇਹ ਕੋਰਸ ਕਰਨ ਤੋਂ ਬਾਅਦ ਦੇਸ਼ ਤੋਂ ਬਾਹਰ ਜਾਵਾਂਗੀ। ਉੱਥੇ ਪੈਸਾ ਹੀ ਪੈਸਾ ਹੈ। ਤੁਸੀਂ ਵੀ ਵਿਦੇਸ਼ ਵਿੱਚੋਂ ਨੌਕਰੀ ਲੱਭੋ। ਤੁਸੀਂ ਸੁੰਦਰ ਅਤੇ ਪੜ੍ਹੇ ਲਿਖੇ ਵੀ ਹੋ। ਤੁਸੀਂ ਬਾਹਰ ਕੋਈ ਵੀ ਨੌਕਰੀ ਪ੍ਰਾਪਤ ਕਰ ਸਕਦੇ ਹੋ। ਉਸ ਦੀ ਗੱਲ ਸੁਣ ਕੇ ਮੈਂ ਆਪਣੇ ਸੁਪਨੇ ਬਾਰੇ ਸੋਚਿਆ। ਮੈਨੂੰ 에ਅਰ ਹੋਸਟਸ ਬਣਨ ਵਿੱਚ ਬਹੁਤ ਦਿਲਚਸਪੀ ਸੀ। ਬਚਪਨ ਤੋਂ ਹੀ 에ਅਰ ਹੋਸਟਸ ਬਣਨਾ ਮੇਰਾ ਸੁਪਨਾ ਸੀ। ਮੈਂ ਘਰ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਰਦੀ ਸੀ ਕਿ ਮੈਂ 에ਅਰ ਹੋਸਟਸ ਬਣਾਂਗੀ ਅਤੇ ਮੈਨੂੰ ਅਜਿਹਾ ਕਰਨ ਤੋਂ ਕੋਈ ਨਹੀਂ ਰੋਕੇਗਾ। ਸਾਡੇ ਪਰਿਵਾਰ ਦੀਆਂ ਕੁੜੀਆਂ ਨੂੰ ਵਿਦੇਸ਼ ਜਾ ਕੇ ਨੌਕਰੀਆਂ ਕਰਨ ਦੀ ਇਜਾਜ਼ਤ ਨਹੀਂ ਸੀ, ਪਰ ਮੇਰੇ ਪਿਤਾ ਜੀ ਮੈਨੂੰ ਕਹਿੰਦੇ ਸਨ ਕਿ ਮੇਰੀ ਪਿਆਰੀ ਧੀ ਜੋ ਵੀ ਬਣਨਾ ਚਾਹੁੰਦੀ ਹੈ ਬਣ ਸਕਦੀ ਹੈ। ਮੇਰੀ ਬੇਟੀ ਦੇ ਕਿਸੇ ਵੀ ਕੰਮ ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਮੈਂ ਆਪਣੀ ਲਾਡਲੀ ਧੀ ਲਈ ਆਪਣੇ ਪੂਰੇ ਪਰਿਵਾਰ ਨਾਲ ਲੜਾਂਗਾ। ਪਰ ਹਾਲਾਤ ਅਜੇ ਬਣ ਗਏ ਕਿ ਪਿਤਾ ਜੀ ਨੂੰ ਮੌਕਾ ਨਾ ਮਿਲਿਆ। ਮੈਨੂੰ ਮੇਰੇ ਪਿਤਾ ਜੀ ਦੇ ਇਲਾਜ ਲਈ ਬਹੁਤ ਪੈਸੇ ਦੀ ਲੋੜ ਸੀ। ਇਸ ਲਈ ਮੈਂ ਆਪਣੇ ਦੋਸਤਾਂ ਦੀ ਗੱਲ ਸੁਣ ਕੇ ਸੋਚਣ ਲੱਗ ਪਈ, ਮੈਨੂੰ ਵੀ ਇਸ ਦੇਸ਼ ਤੋਂ ਬਾਹਰ ਜਾਣਾ ਚਾਹੀਦਾ ਹੈ ਅਤੇ ਆਪਣੇ ਲਈ ਕੋਈ ਚੰਗੀ ਨੌਕਰੀ ਲੱਭਣੀ ਚਾਹੀਦੀ ਹੈ ਤਾਂ ਕਿ ਮੈਂ ਉੱਥੇ ਜਾ ਕੇ ਚੰਗਾ ਪੈਸਾ ਕਮਾ ਕੇ ਆਪਣੇ ਪਿਤਾ ਜੀ ਦੇ ਇਲਾਜ ਲਈ ਭੇਜ ਸਕਾਂ। ਫਿਰ ਮੇਰੇ ਪਿਤਾ ਜੀ ਦਾ ਇੱਥੇ ਚੰਗਾ ਇਲਾਜ ਹੋਵੇਗਾ ਅਤੇ ਮੇਰੇ ਭੈਣ ਭਰਾ ਵੀ ਸਿੱਖਿਆ ਪ੍ਰਾਪਤ ਕਰਕੇ ਕੁਝ ਬਣਨਗੇ। ਇਸ ਇਰਾਦੇ ਨਾਲ ਮੈਂ ਸੋਸ਼ਲ ਮੀਡੀਆ ਤੇ ਨੌਕਰੀ ਤੇ ਇਸ਼ਤਿਹਾਰ ਦੇਖਣੇ ਸ਼ੁਰੂ ਕਰ ਦਿੱਤੇ। ਜਦੋਂ ਮੇਰੀ ਸਹਿਕਰਮੀ ਰਚਨਾ ਦੇਸ਼ ਤੋਂ ਬਾਹਰ ਗਈ ਤਾਂ ਉਸ ਨੇ ਮੈਨੂੰ ਫੋਨ ਤੇ ਦੱਸਿਆ ਕਿ ਉਸ ਨੂੰ ਬਹੁਤ ਵਧੀਆ ਨੌਕਰੀ ਮਿਲ ਗਈ ਹੈ। ਉਸ ਦੀ ਤਨਖਾਹ ਵੀ ਚੰਗੀ ਹੈ। ਉਸ ਦੀ ਇਹ ਗੱਲ ਸੁਣ ਕੇ ਮੇਰੇ ਦਿਲ ਵਿੱਚ ਵੀ ਇੱਛਾ ਪੈਦਾ ਹੋਣ ਲੱਗੀ ਕਿ ਮੈਂ ਆਪਣੀ ਆਮਦਨ ਵਧਾਉਣ ਦੇ ਤਰੀਕਿਆਂ ਬਾਰੇ ਸੋਚ ਵਿਚਾਰ ਕਰਾਂ। ਇਸ ਸਕੂਲ ਦੀ ਨੌਕਰੀ ਦੇ ਪੈਸੇ ਨਾਲ ਕੁਝ ਨਹੀਂ ਹੋਣ ਵਾਲਾ ਹੈ। ਪਿਤਾ ਜੀ ਦਾ ਇਲਾਜ, ਘਰੇਲੂ ਖਰਚਾ ਅਤੇ ਛੋਟੇ ਭੈਣ ਭਰਾਵਾਂ ਦੀਆਂ ਪੜ੍ਹਾਈਆਂ ਦਾ ਖਰਚਾ ਇੰਨੀ ਥੋੜੇ ਜਿਹੇ ਪੈਸਿਆਂ ਵਿੱਚ ਪੂਰਾ ਨਹੀਂ ਹੋਵੇਗਾ। ਇਹ ਸੋਚ ਕੇ ਮੈਂ ਪਾਗਲ ਹੋ ਰਹੀ ਸੀ। ਮੈਂ ਫੇਸਬੁੱਕ ਤੇ ਅਜਿਹੇ ਪੇਜਾਂ ਨੂੰ ਲਾਈਕ ਕੀਤਾ ਸੀ ਜੋ ਮੈਨੂੰ ਦੂਜੇ ਦੇਸ਼ਾਂ ਤੋਂ ਆਉਣ ਵਾਲੀਆਂ ਨੌਕਰੀਆਂ ਬਾਰੇ ਜਾਣਕਾਰੀ ਦਿੰਦੇ ਸਨ। ਮੇਰੇ ਲਈ ਨੌਕਰੀ ਮਿਲਣੀ ਕੋਈ ਔਖੀ ਨਹੀਂ ਸੀ, ਪਰ ਮੇਰੇ ਕੋਲ ਨਾ ਤਾਂ ਵੀਜ਼ਾ ਸੀ ਅਤੇ ਨਾ ਹੀ ਪਾਸਪੋਰਟ।
ਇਸੇ ਕਰਕੇ ਮੇਰਾ ਦਿਲ ਟੁੱਟਿਆ ਰਹਿੰਦਾ ਸੀ। ਇੱਕ ਦਿਨ ਜਦੋਂ ਮੈਂ ਫੇਸਬੁੱਕ ਦੇਖੀ ਸੀ ਤਾਂ ਇੱਕ ਇਸ਼ਤਿਹਾਰ ਮੇਰੀ ਨਜ਼ਰ ਤੋਂ ਲੰਘਿਆ। ਉਸ ਪੰਨੇ ਤੇ ਲਿਖਿਆ ਸੀ ਕਿ ਦੁਬਈ 에ਅਰਲਾਈਨਜ਼ 'ਚ 에ਅਰ ਹੋਸਟਸ ਬਣਨ ਦੇ ਮੌਕੇ ਲਈ ਭਾਰਤ ਭਰ ਦੀਆਂ ਲੜਕੀਆਂ ਅਪਲਾਈ ਕਰ ਸਕਦੀਆਂ ਹਨ ਅਤੇ ਇਸ ਦੀ ਸਭ ਤੋਂ ਵਧੀਆ ਗੱਲ ਇਹ ਸੀ ਕਿ ਵੀਜ਼ਾ ਅਤੇ ਪਾਸਪੋਰਟ ਬਣਾਉਣ ਦੀ ਜ਼ਿੰਮੇਵਾਰੀ ਕੰਪਨੀ ਦੀ ਸੀ ਅਤੇ ਟਿਕਟਾਂ ਦੀ ਜ਼ਿੰਮੇਵਾਰੀ ਵੀ ਉਹਨਾਂ ਦੀ ਹੀ ਸੀ। ਸਾਡਾ ਕੋਈ ਪੈਸਾ ਖਰਚ ਨਹੀਂ ਹੁੰਦਾ। ਇਹ ਇਸ਼ਤਿਹਾਰ ਦੇਖਣ ਤੋਂ ਬਾਅਦ ਮੈਂ ਬਹੁਤ ਖੁਸ਼ ਹੋਈ। ਮੈਂ ਮਹਿਸੂਸ ਕੀਤਾ ਕਿ ਰੱਬ ਨੇ ਮੈਨੂੰ ਮੇਰੇ ਸੁਪਨੇ ਤੱਕ ਪਹੁੰਚਣ ਦਾ ਰਸਤਾ ਦਿਖਾਇਆ ਹੈ, ਕਿਉਂਕਿ ਮੈਨੂੰ ਸਿਰਫ ਵੀਜ਼ਾ ਅਤੇ ਪਾਸਪੋਰਟ ਕਾਰਨ ਬਾਹਰ ਜਾਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ, ਪਰ ਉਸ ਤੇ ਸਪਸ਼ਟ ਕਿਹਾ ਗਿਆ ਸੀ ਕਿ ਦੁਬਈ 에ਅਰਲਾਈਨਜ਼ ਦੀ ਜ਼ਿੰਮੇਵਾਰੀ ਹੈ। ਹੁਣ ਮੇਰਾ ਸੁਪਨਾ ਪੂਰਾ ਹੋ ਗਿਆ ਹੈ। ਮੇਰਾ ਸੁਪਨਾ ਸਾਕਾਰ ਹੁੰਦਾ ਜਾਪਦਾ ਸੀ। ਬਿਨਾਂ ਸੋਚੇ ਮੈਂ ਆਪਣੀਆਂ ਉਮੀਦਾਂ ਦੇ ਆਧਾਰ ਤੇ ਅਰਜ਼ੀ ਦਿੱਤੀ। ਮੈਨੂੰ ਆਪਣੇ ਆਪ ਤੇ ਪੂਰਾ ਭਰੋਸਾ ਸੀ ਕਿ ਮੈਂ ਇਹ ਪ੍ਰੀਖਿਆ ਪਾਸ ਕਰਾਂਗੀ, ਕਿਉਂਕਿ ਮੇਰੇ ਅੰਦਰ ਉਹ ਸਾਰੇ ਗੁਣ ਸਨ ਜੋ ਇੱਕ 에ਅਰ ਹੋਸਟਸ ਵਿੱਚ ਹੋਣੇ ਚਾਹੀਦੇ ਹਨ। ਜਿੰਨਾ ਪੜ੍ਹਾਈ ਅਤੇ ਕੱਦ ਮੰਗਿਆ ਗਿਆ ਸੀ, ਮੇਰਾ ਕੱਦ ਵੀ ਓਨਾ ਹੀ ਸੀ ਅਤੇ ਮੇਰੇ ਕੋਲ ਉਹ ਸਾਰੀਆਂ ਚੀਜ਼ਾਂ ਸਨ ਜੋ ਉਹਨਾਂ ਨੇ ਆਪਣੇ ਇਸ਼ਤਿਹਾਰ ਵਿੱਚ ਮੰਗੀਆਂ ਸਨ। ਮੈਂ ਹਰ ਰੋਜ਼ ਸਵੇਰੇ ਸ਼ਾਮ ਘਰ ਜਾ ਕੇ ਰੱਬ ਅੱਗੇ ਅਰਦਾਸ ਕਰਦੀ ਸੀ ਕਿ ਮੈਨੂੰ ਇੰਟਰਵਿਊ ਲਈ ਫੋਨ ਆ ਜਾਵੇ ਅਤੇ ਅੰਤ ਵਿੱਚ ਪਰਮਾਤਮਾ ਨੇ ਮੇਰੀ ਪ੍ਰਾਰਥਨਾ ਸੁਣ ਲਈ। ਮੈਨੂੰ ਇੰਟਰਵਿਊ ਲਈ ਕਾਲ ਆਈ। 에ਅਰਲਾਈਨ ਨੂੰ ਵੱਖ-ਵੱਖ ਦੇਸ਼ਾਂ ਦੀਆਂ ਲੜਕੀਆਂ ਚਾਹੀਦੀਆਂ ਸਨ ਅਤੇ ਭਾਰਤ ਤੋਂ ਸਿਰਫ 4 ਲੜਕੀਆਂ ਹੀ ਲੋੜੀਂਦੀਆਂ ਸਨ ਅਤੇ ਹਜ਼ਾਰਾਂ ਨੇ ਅਪਲਾਈ ਕੀਤਾ ਹੋਇਆ ਸੀ ਅਤੇ 100 ਲੜਕੀਆਂ ਇੰਟਰਵਿਊ ਲਈ ਆਈਆਂ ਸਨ। ਜਦੋਂ ਮੈਂ ਇੰਟਰਵਿਊ ਲਈ ਉਹਨਾਂ ਦੇ ਦਫ਼ਤਰ ਪਹੁੰਚੀ ਤਾਂ ਦੇਖਿਆ ਕਿ ਉੱਥੇ ਬਹੁਤ ਸਾਰੀਆਂ ਕੁੜੀਆਂ ਸਨ, ਪਰ ਇੰਨੀਆਂ ਕੁੜੀਆਂ ਨੂੰ ਦੇਖ ਕੇ ਵੀ ਮੇਰਾ ਆਤਮ ਵਿਸ਼ਵਾਸ ਖਤਮ ਨਹੀਂ ਹੋਇਆ, ਕਿਉਂਕਿ ਉਹਨਾਂ ਵਿੱਚੋਂ ਕੋਈ ਵੀ ਕੁੜੀ ਮੇਰੇ ਵਰਗੀ ਸੋਹਣੀ ਨਹੀਂ ਸੀ। ਇੱਕ ਕੁੜੀ ਤੋਂ ਇਲਾਵਾ ਮੈਂ ਉਸ ਕੁੜੀ ਵੱਲ ਧਿਆਨ ਨਾਲ ਦੇਖਿਆ। ਉਹ ਬਹੁਤ ਖੂਬਸੂਰਤ ਸੀ। ਉਹ ਇੰਜ ਵੀ ਨਹੀਂ ਲੱਗਦੀ ਸੀ ਕਿ ਉਹ ਭਾਰਤ ਤੋਂ ਹੈ। ਇੰਜ ਲੱਗ ਰਿਹਾ ਸੀ ਜਿਵੇਂ ਬਾਹਰੋਂ ਕਿਤੋਂ ਆਈ ਹੋਵੇ। ਉਸ ਨੂੰ ਦੇਖ ਕੇ ਮੈਨੂੰ ਬੇਚੈਨੀ ਮਹਿਸੂਸ ਹੋਈ, ਪਰ ਫਿਰ ਮੈਂ ਸੋਚਿਆ ਕਿ ਉਹ 4 ਕੁੜੀਆਂ ਚਾਹੁੰਦੇ ਹਨ ਅਤੇ ਮੈਂ ਜ਼ਰੂਰ ਉਹਨਾਂ ਵਿੱਚੋਂ ਇੱਕ ਹੋਵਾਂਗੀ। ਮੈਂ ਰੱਬ ਅੱਗੇ ਅਰਦਾਸ ਕਰਨ ਲੱਗੀ। ਮੇਰਾ ਇੰਟਰਵਿਊ ਹੋਇਆ ਅਤੇ ਇਹ ਬਹੁਤ ਵਧੀਆ ਰਿਹਾ। ਮੈਂ ਹਰ ਸਵਾਲ ਦਾ ਜਵਾਬ ਬੜੇ ਆਤਮ ਵਿਸ਼ਵਾਸ ਨਾਲ ਦਿੱਤਾ। ਇੰਟਰਵਿਊ ਦੌਰਾਨ ਮੈਂ ਬਿਲਕੁਲ ਵੀ ਘਬਰਾਈ ਨਹੀਂ ਸੀ। ਤਕਰੀਬਨ 3 ਹਫ਼ਤਿਆਂ ਬਾਅਦ ਮੈਨੂੰ ਕੰਪਨੀ ਤੋਂ ਫੋਨ ਆਇਆ ਕਿ ਦੁਬਈ 에ਅਰਲਾਈਨਜ਼ ਨੇ ਮੈਨੂੰ ਚੁਣਿਆ ਹੈ। ਹੁਣ ਮੈਂ ਉੱਥੇ ਜਾ ਕੇ 에ਅਰ ਹੋਸਟਸ ਬਣ ਸਕਦੀ ਸੀ। ਇਸ ਕਾਲ ਤੋਂ ਬਾਅਦ ਮੈਂ ਬਹੁਤ ਖੁਸ਼ ਹੋਈ। ਮੈਂ ਇਹ ਸਭ ਕੁਝ ਆਪਣੇ ਮਾਤਾ-ਪਿਤਾ ਨੂੰ ਦੱਸਿਆ। ਉਹ ਲੋਕ ਵੀ ਬਹੁਤ ਖੁਸ਼ ਹੋ ਗਏ। ਮੇਰੀ ਮਾਂ ਨੂੰ ਵੀ ਥੋੜੀ ਚਿੰਤਾ ਸੀ ਕਿ ਮੈਂ ਵਿਦੇਸ਼ ਵਿੱਚ ਇਕੱਲੀ ਕਿਵੇਂ ਰਹਾਂਗੀ। ਪਤਾ ਨਹੀਂ ਉੱਥੋਂ ਦੇ ਲੋਕ ਕਿਵੇਂ ਹੋਣਗੇ, ਮੈਂ ਸਭ ਕੁਝ ਕਿਵੇਂ ਸੰਭਾਲਾਂਗੀ। ਪਰ ਮੈਂ ਆਪਣੀ ਮਾਂ ਨੂੰ ਸਮਝਾਇਆ ਅਤੇ ਮੇਰੀ ਮਾਂ ਵੀ ਮੇਰੀ ਗੱਲ ਸਮਝ ਗਈ ਅਤੇ ਇਹ ਨੌਕਰੀ ਦੇਸ਼ ਤੋਂ ਬਾਹਰ ਸੀ ਅਤੇ ਇਹ ਮੇਰੀ ਪਸੰਦ ਦੀ ਸੀ। ਇਸ ਲਈ ਮੈਂ ਜਲਦੀ ਤੋਂ ਜਲਦੀ ਉੱਥੇ ਜਾਣਾ ਚਾਹੁੰਦੀ ਸੀ ਅਤੇ 에ਅਰ ਹੋਸਟਸ ਬਣ ਕੇ ਬਹੁਤ ਸਾਰਾ ਪੈਸਾ ਕਮਾਉਣਾ ਚਾਹੁੰਦੀ ਸੀ। ਕੁਝ ਹੀ ਦਿਨਾਂ ਵਿੱਚ ਮੇਰਾ ਵੀਜ਼ਾ ਅਤੇ ਪਾਸਪੋਰਟ ਬਣ ਗਿਆ। ਮੇਰੇ ਤੋਂ ਇਲਾਵਾ 3 ਹੋਰ ਕੁੜੀਆਂ ਸਨ ਅਤੇ ਇੱਕ ਕੁੜੀ ਉਹ ਸੀ ਜਿਸ ਬਾਰੇ ਮੈਨੂੰ ਯਕੀਨ ਸੀ ਕਿ ਉਹ ਇਸ ਇਮਤਿਹਾਨ ਵਿੱਚ ਜ਼ਰੂਰ ਕਾਮਯਾਬ ਹੋਵੇਗੀ। ਉਸ ਦਾ ਨਾਮ ਪੂਜਾ ਅਤੇ ਦੂਜੀ ਲੜਕੀ ਦਾ ਨਾਮ ਪ੍ਰਿਆ ਸੀ। ਅਸੀਂ 4 ਜਣੇ 에ਅਰਪੋਰਟ ਪਹੁੰਚ ਗਏ। ਉੱਥੇ ਪਹਿਲਾਂ ਹੀ ਇੱਕ ਆਦਮੀ ਸਾਨੂੰ ਲੈਣ ਲਈ ਖੜਾ ਸੀ। ਸਾਡੇ 4ਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਮੈਂ ਬਹੁਤ ਖੁਸ਼ ਸੀ ਕਿ ਹੁਣ ਮੇਰੇ ਸਾਰੇ ਸੁਪਨੇ ਪੂਰੇ ਹੋਣਗੇ ਅਤੇ ਮੇਰੇ ਪਿਤਾ ਜੀ ਦਾ ਵੀ ਚੰਗਾ ਇਲਾਜ ਹੋਵੇਗਾ ਅਤੇ ਮੇਰੇ ਭੈਣ ਭਰਾ ਵੀ ਕਿਸੇ ਚੰਗੇ ਸਕੂਲ ਵਿੱਚ ਪੜ੍ਹ ਸਕਣਗੇ। ਅਸੀਂ ਸੋਚਿਆ ਕਿ ਸਾਨੂੰ ਇੱਕ ਹੋਟਲ ਵਿੱਚ ਲਿਜਾਇਆ ਜਾਵੇਗਾ, ਪਰ ਸਾਨੂੰ ਇੱਕ ਉੱਚੀ ਅਤੇ ਬਹੁਤ ਵਧੀਆ ਇਮਾਰਤ ਵਿੱਚ ਇੱਕ ਵੱਡੇ ਅਪਾਰਟਮੈਂਟ ਵਿੱਚ ਲਿਜਾਇਆ ਗਿਆ। ਜਦੋਂ ਮੈਂ ਉੱਥੇ ਗਈ ਤਾਂ ਦੇਖਿਆ ਕਿ ਉੱਥੇ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਸਨ ਜੋ ਜ਼ਿਆਦਾਤਰ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਆਈਆਂ ਸਨ। ਇਸ ਵਾਰ ਦੁਬਈ ਨੇ ਏਸ਼ੀਆ ਦੀਆਂ ਕੁੜੀਆਂ ਨੂੰ ਵੀ ਮੌਕਾ ਦਿੱਤਾ ਸੀ। ਅਸੀਂ ਸਾਰੀਆਂ 10 ਕੁੜੀਆਂ ਉੱਥੇ ਸੀ। ਸਾਨੂੰ ਬਾਕੀ ਕੁੜੀਆਂ ਦੇ ਆਉਣ ਤੱਕ ਇੱਥੇ ਰਹਿਣ ਲਈ ਕਿਹਾ ਗਿਆ। ਜਿਵੇਂ ਹੀ ਸਾਰੀਆਂ ਲੜਕੀਆਂ ਆਉਣਗੀਆਂ, ਸਾਰੀਆਂ ਲੜਕਿਆਂ ਦੀ ਸਿਖਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਸਮੇਂ ਪਤਾ ਨਹੀਂ ਕਿਉਂ ਮੇਰੇ ਮਨ ਵਿੱਚ ਅਜੀਬੋ-ਗਰੀਬ ਖਿਆਲ ਆਉਂਦੇ ਰਹੇ ਕਿ ਇਹਨਾਂ ਲੋਕਾਂ ਦੇ ਸਾਨੂੰ ਇੱਥੇ ਰੱਖਣ ਦੇ ਕੀ ਇਰਾਦੇ ਸਨ। ਪ੍ਰਿਆ ਜੋ ਮੇਰੇ ਨਾਲ ਆਈ ਸੀ, ਉਹ ਵੀ ਮੇਰੇ ਵਾਂਗ ਡਰੀ ਹੋਈ ਸੀ,
ਪਰ ਪੂਜਾ ਬਹੁਤ ਆਰਾਮਦਾਇਕ ਅਤੇ ਸਹਿਜ ਸੀ। ਉਸ ਨੂੰ ਕਿਸੇ ਗੱਲ ਦਾ ਡਰ ਨਹੀਂ ਸੀ। ਤਾਂ ਉਸਨੇ ਕਿਹਾ, ਮੈਂ ਇਸ ਇਮਾਰਤ ਨੂੰ ਦੇਖਣ ਜਾ ਰਹੀ ਹਾਂ, ਤੁਸੀਂ ਮੇਰੇ ਨਾਲ ਆਓਗੇ ਜਾਂ ਨਹੀਂ? ਪਰ ਮੇਰਾ ਧਿਆਨ ਸਿਰਫ ਇਸ ਗੱਲ ਤੇ ਸੀ ਕਿ ਉਹ ਕਦੋਂ ਸਾਨੂੰ ਸਾਡੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਵਾਉਣਗੇ, ਕਿਉਂਕਿ ਅਸੀਂ ਇੱਥੇ ਆਉਂਦੇ ਹੀ ਇਹ ਲੋਕ ਸਾਡੇ ਮੋਬਾਈਲ ਲੈ ਗਏ ਸਨ। ਸਾਨੂੰ ਦੱਸਿਆ ਗਿਆ ਸੀ ਕਿ ਸਿਖਲਾਈ ਦੌਰਾਨ ਸਾਨੂੰ ਮੋਬਾਈਲ ਫੋਨ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਦੋਂ ਹਰ ਕੋਈ 에ਅਰ ਹੋਸਟਸ ਬਣ ਜਾਵੇਗਾ ਤਾਂ ਸਾਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਮੈਨੂੰ ਪਹਿਲਾਂ ਹੀ ਪਤਾ ਸੀ ਕਿ ਸਾਡੇ ਫੋਨ ਖੋਹ ਲਏ ਜਾਣਗੇ, ਇਸ ਲਈ ਮੇਰੇ ਸਮੇਤ ਕੋਈ ਵੀ ਕੁੜੀ ਇਸ ਗੱਲ ਵਿੱਚ ਕੋਈ ਇਤਰਾਜ਼ ਨਹੀਂ ਸੀ ਕਿ ਜੇਕਰ ਮੈਂ ਆਪਣੇ ਪਰਿਵਾਰ ਨੂੰ ਆਪਣੇ ਇੱਥੇ ਆਉਣ ਦੀ ਸੂਚਨਾ ਦਿੱਤੀ ਹੁੰਦੀ ਤਾਂ ਉਹਨਾਂ ਨੂੰ ਕੋਈ ਚਿੰਤਾ ਨਾ ਹੁੰਦੀ, ਕਿਉਂਕਿ ਮੇਰੇ ਇੱਥੇ ਆਉਣ ਤੋਂ ਪਹਿਲਾਂ ਮੇਰੀ ਮਾਂ ਮੇਰੇ ਬਾਰੇ ਬਹੁਤ ਚਿੰਤਤ ਸੀ। ਪਰ ਕੁਝ ਸਮੇਂ ਬਾਅਦ ਸਾਨੂੰ ਸਾਰਿਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਲਈ ਕਿਹਾ ਗਿਆ। ਅਗਲੇ ਦਿਨ ਵੀ 5 ਕੁੜੀਆਂ ਇੱਥੇ ਆਈਆਂ। ਹੁਣ ਅਸੀਂ 15 ਕੁੜੀਆਂ ਸੀ। ਇਸ ਲਈ ਅਗਲੇ ਹੀ ਦਿਨ ਸਾਨੂੰ ਸਾਰਿਆਂ ਨੂੰ ਇਸ ਥਾਂ ਤੋਂ ਕਿਸੇ ਹੋਰ ਥਾਂ ਤੇ ਸ਼ਿਫਟ ਕਰ ਦਿੱਤਾ ਗਿਆ, ਜਿੱਥੇ ਸਾਨੂੰ ਪਹਿਲੇ ਦਿਨ ਦੁਬਈ 에ਅਰਲਾਈਨ ਤੇ ਲੈਕਚਰ ਦਿੱਤਾ ਗਿਆ। ਮੈਂ ਤਾਂ ਇੱਥੇ ਆਪਣੇ ਕੰਮ ਤੱਕ ਮਤਲਬ ਰੱਖਦੀ ਸੀ, ਕਿਉਂਕਿ ਬੇਗਾਨਾ ਦੇਸ਼, ਮੈਨੂੰ ਨਹੀਂ ਪਤਾ ਸੀ ਕਿ ਇੱਥੋਂ ਦੇ ਲੋਕ ਕਿਵੇਂ ਦੇ ਸਨ, ਉਹਨਾਂ ਤੇ ਭਰੋਸਾ ਕੀਤਾ ਜਾ ਸਕਦਾ ਸੀ ਜਾਂ ਨਹੀਂ। ਪਰ ਪੂਜਾ ਸਾਰੀਆਂ ਕੁੜੀਆਂ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਤੋਂ ਇਲਾਵਾ ਉਹ ਜ਼ਿਆਦਾਤਰ ਉੱਥੇ ਗਾਰਡ ਨਾਲ ਵੀ ਹਾਸੀ ਮਜ਼ਾਕ ਕਰਦੀ ਰਹਿੰਦੀ ਸੀ। ਇੱਕ ਦਿਨ ਲੈਕਚਰ ਦੇਣ ਤੋਂ ਬਾਅਦ 2 ਦਿਨ ਇਸੇ ਤਰ੍ਹਾਂ ਲੰਘ ਗਏ। ਸਾਨੂੰ ਦੱਸਿਆ ਗਿਆ ਕਿ ਸਾਨੂੰ ਉਹ ਸਭ ਕੁਝ ਪੁੱਛਿਆ ਜਾਵੇਗਾ ਜਿਸ ਦਾ ਲੈਕਚਰ ਵਿੱਚ ਜ਼ਿਕਰ ਕੀਤਾ ਗਿਆ ਸੀ। ਇਸ ਲਈ ਮੈਂ ਆਪਣੀ ਸਾਰੀ ਤਿਆਰੀ ਚੰਗੀ ਤਰ੍ਹਾਂ ਕਰ ਲਈ ਸੀ, ਕਿਉਂਕਿ ਮੈਂ ਕਿਸੇ ਵੀ ਕੀਮਤ ਤੇ 에ਅਰ ਹੋਸਟਸ ਬਣਨਾ ਚਾਹੁੰਦੀ ਸੀ ਅਤੇ ਆਪਣੇ ਪਰਿਵਾਰ ਲਈ ਕੁਝ ਕਰਨਾ ਚਾਹੁੰਦੀ ਸੀ। ਅਗਲੇ ਦਿਨ 5 ਕੁੜੀਆਂ ਚੁਣੀਆਂ ਗਈਆਂ। ਕਿਹਾ ਗਿਆ ਕਿ ਇਹ 5 ਲੜਕੀਆਂ ਪਹਿਲਾਂ ਸਿਖਲਾਈ ਲੈਣਗੀਆਂ ਅਤੇ ਫਿਰ ਇਹਨਾਂ 5 ਲੜਕੀਆਂ ਤੋਂ ਬਾਅਦ ਦੂਜੇ ਗਰੁੱਪ ਦੀ ਵਾਰੀ ਆਵੇਗੀ ਅਤੇ ਅਸੀਂ ਭਾਰਤੀ ਕੁੜੀਆਂ ਤੀਜੇ ਗਰੁੱਪ ਵਿੱਚ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਗੱਲ ਹੈ ਕਿ ਅਸੀਂ ਸਾਰੀਆਂ ਕੁੜੀਆਂ 에ਅਰ ਹੋਸਟਸ ਬਣਨ ਲਈ ਇੱਥੇ ਆਈਆਂ ਹਨ। ਫਿਰ ਇਹ ਗਰੁੱਪ ਬਣਾ ਕੇ ਸਾਨੂੰ ਸਿਖਲਾਈ ਕਿਉਂ ਦਿੱਤੀ ਜਾ ਰਹੀ ਹੈ? ਪੂਜਾ ਨੇ ਮੈਨੂੰ ਸਮਝਾਇਆ ਕਿ ਇਹ ਸਾਡਾ ਦੇਸ਼ ਨਹੀਂ ਹੈ। ਇਹਨਾਂ ਲੋਕਾਂ ਦੇ ਖਿਲਾਫ ਪੁੱਠਾ ਸਿੱਧਾ ਕੁਝ ਨਾ ਬੋਲ। ਸ਼ਾਇਦ ਇਸ ਤਰ੍ਹਾਂ ਇੱਥੇ ਸਿਖਲਾਈ ਦਿੱਤੀ ਜਾਂਦੀ ਹੋਵੇ। ਪਤਾ ਨਹੀਂ ਕਿਸੇ ਨੇ ਟ੍ਰੇਨਰ ਨੂੰ ਇਹ ਗੱਲ ਦੱਸ ਦਿੱਤੀ ਸੀ ਕਿ ਸਾਡੀ ਮੈਡਮ ਨੇ ਮੈਨੂੰ ਡਾਂਟਿਆ ਤੇ ਕਿਹਾ, ਜੇਕਰ ਤੁਹਾਨੂੰ ਸਾਡੇ ਤੇ ਇੰਨਾ ਸ਼ੱਕ ਹੈ ਅਤੇ ਤੁਸੀਂ 에ਅਰ ਹੋਸਟਸ ਨਹੀਂ ਬਣਨਾ ਚਾਹੁੰਦੇ ਤਾਂ ਤੁਸੀਂ ਆਪਣੇ ਦੇਸ਼ ਵਾਪਸ ਜਾ ਸਕਦੇ ਹੋ। ਅਤੇ ਉਸ ਨੇ ਸਾਰਿਆਂ ਦੇ ਸਾਹਮਣੇ ਮੈਨੂੰ ਬਹੁਤ ਝਿੜਕਿਆ। ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਨੂੰ ਸਾਡੀ ਗੱਲਬਾਤ ਬਾਰੇ ਕਿਵੇਂ ਪਤਾ ਲੱਗਿਆ। ਪੂਜਾ ਨੇ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਸਮਝਾ ਚੁੱਕੀ ਸੀ, ਜੇਕਰ ਤੁਸੀਂ ਅਜਿਹਾ ਕੁਝ ਕਰੋਗੇ ਤਾਂ ਇਹ ਲੋਕ ਤੁਹਾਨੂੰ ਡਿਪੋਰਟ ਕਰ ਦੇਣਗੇ। ਇੱਥੇ ਇਹਨਾਂ ਸਾਰੀਆਂ ਕੁੜੀਆਂ ਵਿੱਚੋਂ ਇੱਕ ਅਜਿਹੀ ਕੁੜੀ ਜ਼ਰੂਰ ਹੈ ਜੋ ਉਹਨਾਂ ਨੂੰ ਇੱਥੋਂ ਦੀ ਖਬਰ ਦਿੰਦੀ ਹੈ, ਤਾਂ ਤੂੰ ਸੁਚੇਤ ਰਹਿਣਾ। ਮੈਂ ਦਿਲ ਵਿੱਚ ਕਿਹਾ, ਕੌਣ ਜਾਣੇ ਤੂੰ ਉਹ ਕੁੜੀ ਹੈ ਜੋ ਉਹਨਾਂ ਨੂੰ ਸਭ ਕੁਝ ਦੱਸਦੀ ਹੈ। ਮੈਨੂੰ ਪੂਜਾ ਦੀਆਂ ਹਰਕਤਾਂ ਬਹੁਤ ਅਜੀਬ ਲੱਗ ਰਹੀਆਂ ਸਨ। ਉਹ ਸਾਰਾ ਦਿਨ ਉਹਨਾਂ ਲੋਕਾਂ ਦੇ ਸਾਹਮਣੇ ਘੁੰਮਦੀ ਰਹਿੰਦੀ ਸੀ। ਉਹ ਹਰ ਸਮੇਂ ਉਹਨਾਂ ਲੋਕਾਂ ਦੀ ਤਾਰੀਫ ਕਰਦੀ ਸੀ ਅਤੇ ਉਹਨਾਂ ਦੀ ਹਰ ਗੱਲ ਮੰਨਦੀ ਸੀ। ਇਹੀ ਕਾਰਨ ਸੀ ਕਿ ਉਸ ਨੂੰ ਤੀਜੇ ਗਰੁੱਪ ਵਿੱਚੋਂ ਕੱਢ ਕੇ ਪਹਿਲੇ ਗਰੁੱਪ ਵਿੱਚ ਸ਼ਾਮਲ ਕਰ ਲਿਆ ਗਿਆ ਸੀ, ਜਿਸ ਦੀ ਸਿਖਲਾਈ ਕੁਝ ਦਿਨਾਂ ਵਿੱਚ ਸ਼ੁਰੂ ਹੋ ਜਾਵੇਗੀ। ਮੈਨੂੰ ਇੱਕ ਵਾਰ ਫਿਰ ਉਹਨਾਂ ਲੋਕਾਂ ਦੇ ਕੰਮਾਂ ਤੇ ਸ਼ੱਕ ਪੈਦਾ ਹੋਣ ਲੱਗਾ। ਮੈਂ ਸੋਚ ਰਹੀ ਸੀ ਕਿ ਇਸ ਪਹਿਲੇ ਗਰੁੱਪ ਦੀਆਂ ਕੁੜੀਆਂ ਦੀ ਟ੍ਰੇਨਿੰਗ ਸਾਡੇ ਕੋਲੋਂ ਅਤੇ ਕਿਸੇ ਹੋਰ ਥਾਂ ਤੇ ਲੁਕ ਛਿਪ ਕੇ ਕਿਉਂ ਕਰਵਾਈ ਜਾ ਰਹੀ ਹੈ, ਜਦੋਂ ਕਿ ਸਾਨੂੰ ਇਕੱਠੇ ਸਿਖਲਾਈ ਦਿੱਤੀ ਜਾਣੀ ਚਾਹੀਦੀ ਸੀ। ਜਦੋਂ ਉਹ ਕੁੜੀਆਂ 2 ਹਫ਼ਤਿਆਂ ਬਾਅਦ ਵਾਪਸ ਆਈਆਂ ਤਾਂ ਮੈਂ ਪੂਜਾ ਨੂੰ ਪੁੱਛਿਆ, ਕਿਰਪਾ ਕਰਕੇ ਮੈਨੂੰ ਦੱਸੋ ਕਿ ਟ੍ਰੇਨਿੰਗ ਵਿੱਚ ਕੀ ਹੋ ਰਿਹਾ ਹੈ। ਉਹ ਮੇਰੇ ਕੰਨਾਂ ਵਿੱਚ ਘੁਸਰ-ਮੁਸਰ ਕਰਨ ਲੱਗੀ। ਮੈਂ ਤੁਹਾਨੂੰ ਦੱਸਾਂਗੀ ਕਿ ਸਿਖਲਾਈ ਦੌਰਾਨ ਸਾਡੇ ਨਾਲ ਕੀ ਹੋਇਆ, ਪਰ ਤੁਸੀਂ ਕਿਸੇ ਹੋਰ ਨੂੰ ਨਾ ਦੱਸਿਓ। ਮੈਂ ਝੱਟ ਕਿਹਾ, ਹਾਂ, ਤੁਸੀਂ ਮੈਨੂੰ ਦੱਸੋ। ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗੀ। ਤੁਸੀਂ ਮੇਰੇ ਤੇ ਪੂਰਾ ਭਰੋਸਾ ਕਰ ਸਕਦੇ ਹੋ। ਮੈਨੂੰ ਸ਼ੱਕ ਸੀ ਕਿ ਉੱਥੇ ਕੋਈ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ ਜੋ ਹੋਰ ਕੁੜੀਆਂ ਨੂੰ ਦੱਸਣ ਤੋਂ ਵਰਜਿਆ ਗਿਆ ਸੀ। ਉਹ ਮੈਨੂੰ ਸਭ ਕੁਝ ਦੱਸਣ ਵਾਲੀ ਸੀ ਕਿ ਅਚਾਨਕ ਮੈਂ ਉਸਦੇ ਕੱਪੜਿਆਂ ਵਿੱਚੋਂ ਵਾਈਬ੍ਰੇਸ਼ਨ ਦੀ ਆਵਾਜ਼ ਸੁਣੀ। ਜਦੋਂ ਮੈਂ ਉਸ ਵੱਲ ਸ਼ੱਕ ਦੀ ਨਜ਼ਰ ਨਾਲ ਦੇਖਿਆ ਤਾਂ ਉਹ ਡਰਦੀ ਹੋਈ ਝੱਟ ਮੇਰੇ ਕੋਲੋਂ ਉੱਠੀ ਅਤੇ ਬਹਾਨਾ ਬਣਾ ਕੇ ਵਾਸ਼ਰੂਮ ਵੱਲ ਚਲੀ ਗਈ। ਮੈਨੂੰ ਮਹਿਸੂਸ ਹੋਇਆ ਜਿਵੇਂ ਉਸਨੇ ਆਪਣਾ ਮੋਬਾਈਲ ਫੋਨ ਆਪਣੇ ਕੱਪੜਿਆਂ ਵਿੱਚ ਲੁਕੋ ਲਿਆ ਹੋਵੇ। ਇੱਥੇ ਬਹੁਤ ਸਖਤੀ ਸੀ ਅਤੇ ਕਿਸੇ ਨੂੰ ਵੀ ਮੋਬਾਈਲ ਫੋਨ ਰੱਖਣ ਦੀ ਇਜਾਜ਼ਤ ਨਹੀਂ। ਸਾਡੀ ਮੈਡਮ ਬਹੁਤ ਸਖਤ ਸੀ। ਮੈਂ ਫਿਰ ਸੋਚਿਆ ਕਿ ਸ਼ਾਇਦ ਇਹ ਮੇਰਾ ਭੁਲੇਖਾ ਹੈ
ਹੋ ਸਕਦਾ ਹੈ ਕਿ ਉਸ ਕੋਲ ਮੋਬਾਈਲ ਨਾ ਹੋਵੇ, ਪਰ ਜਿਸ ਤਰ੍ਹਾਂ ਦੀ ਵਾਈਬ੍ਰੇਸ਼ਨ ਸੁਣੀ ਗਈ ਸੀ ਇਹ ਮੋਬਾਈਲ ਦੀ ਸੀ। ਅਤੇ ਜਿਸ ਤਰ੍ਹਾਂ ਉਹ ਡਰ ਕੇ ਉੱਠੀ ਅਤੇ ਮੇਰੇ ਕੋਲੋਂ ਭੱਜ ਗਈ, ਦਾਲ ਵਿੱਚ ਜ਼ਰੂਰ ਕੁਝ ਕਾਲਾ ਸੀ। ਇਹ ਸਭ ਸੋਚ ਕੇ ਮੈਂ ਉਸਦੇ ਪਿੱਛੇ ਵਾਸ਼ਰੂਮ ਤੱਕ ਗਈ। ਫਿਰ ਮੈਂ ਆਪਣੇ ਕੰਨ ਦਰਵਾਜ਼ੇ ਨਾਲ ਲਗਾ ਲਏ ਅਤੇ ਚੁੱਪਚਾਪ ਸੁਣਨ ਲੱਗੀ ਕਿ ਉਹ ਅੰਦਰ ਕੀ ਕਰ ਰਹੀ ਸੀ। ਜਿਹੜੇ ਵਾਸ਼ਰੂਮ ਵਿੱਚ ਉਹ ਗਈ ਸੀ ਉੱਥੋਂ ਥੋੜੀ ਥੋੜੀ ਆਵਾਜ਼ ਆ ਰਹੀ ਸੀ। ਉਹ ਕਿਸੇ ਨਾਲ ਗੱਲ ਕਰ ਰਹੀ ਸੀ, ਮੈਨੂੰ ਸਮਝ ਨਹੀਂ ਆ ਰਹੀ ਸੀ। ਫਿਰ ਅਚਾਨਕ ਦਰਵਾਜ਼ਾ ਖੁੱਲਿਆ ਅਤੇ ਮੈਂ ਤੁਰੰਤ ਪਿੱਛੇ ਹਟ ਗਈ। ਉਹ ਕਹਿਣ ਲੱਗੀ, ਤੁਸੀਂ ਇਸ ਤਰ੍ਹਾਂ ਲੁਕ ਛਿਪ ਕੇ ਮੇਰੀ ਜਸੂਸੀ ਕਰ ਰਹੇ ਹੋ। ਮੈਂ ਕਿਹਾ, ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗੀ, ਬਸ ਮੇਰੇ ਮਾਪਿਆਂ ਨਾਲ ਗੱਲ ਕਰਵਾ ਦਿਓ। ਮੇਰੀ ਗੱਲ ਸੁਣ ਕੇ ਉਹ ਹੱਸ ਪਈ ਅਤੇ ਕਹਿਣ ਲੱਗੀ, ਹੁਣ ਤੁਸੀਂ ਜਿਸ ਨੂੰ ਚਾਹੋ ਦੱਸ ਸਕਦੇ ਹੋ, ਕਿਉਂਕਿ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੇਰਾ ਸਾਰਾ ਪੇਪਰ ਵਰਕ ਪੂਰਾ ਹੋ ਗਿਆ ਹੈ ਅਤੇ ਮੈਂ ਜਲਦੀ ਹੀ ਡਿਊਟੀ ਜੁਆਇਨ ਕਰਾਂਗੀ। ਉਸਨੇ ਮੇਰੀ ਗੱਲ ਮੇਰੇ ਮਾਪਿਆਂ ਨਾਲ ਕਰਵਾ ਦਿੱਤੀ ਸੀ। ਸ਼ਾਇਦ ਇਹ ਮੋਬਾਈਲ ਫੋਨ ਉਸ ਨੂੰ ਉਸ ਗਾਰਡ ਨੇ ਦਿੱਤਾ ਸੀ ਜਿਸ ਨਾਲ ਉਹ ਹਰ ਸਮੇਂ ਗੱਲਾਂ ਕਰਦੀ ਰਹਿੰਦੀ ਸੀ। ਪੂਜਾ ਬਹੁਤ ਹੀ ਖੂਬਸੂਰਤ ਕੁੜੀ ਸੀ ਅਤੇ ਜਲਦੀ ਹੀ 에ਅਰ ਹੋਸਟਸ ਬਣਨ ਵਾਲੀ ਸੀ। ਪਤਾ ਨਹੀਂ ਕਿਉਂ ਉਹ ਉਸ ਗਾਰਡ ਦੇ ਪਿੱਛੇ ਪਈ ਰਹਿੰਦੀ ਸੀ। ਮੈਨੂੰ ਲੱਗਾ ਕਿ ਇਸ ਗਾਰਡ ਨੇ ਕੋਈ ਖੇਡ ਖੇਡ ਕੇ ਪੂਜਾ ਨੂੰ ਆਪਣੇ ਵੱਸ ਵਿੱਚ ਕਰ ਲਿਆ ਹੋਵੇ, ਨਹੀਂ ਤਾਂ 에ਅਰ ਹੋਸਟਸ ਬਣਨ ਵਾਲੀ ਇੰਨੀ ਸੋਹਣੀ ਕੁੜੀ ਗਾਰਡ ਦੇ ਪਿੱਛੇ ਕਿਉਂ ਪਵੇਗੀ। ਇੱਕ ਰਾਤ ਮੈਂ ਅਚਾਨਕ ਅੱਖਾਂ ਖੋਲ੍ਹੀਆਂ ਅਤੇ ਦੇਖਿਆ ਕਿ ਪੂਜਾ ਮੇਰੇ ਬਰਾਬਰ ਨਹੀਂ ਸੀ। ਮੈਂ ਹੈਰਾਨ ਸੀ ਕਿ ਉਹ ਰਾਤ ਦੇ ਇਸ ਸਮੇਂ ਕਿੱਥੇ ਗਈ ਸੀ। ਅੱਖਾਂ ਰਗੜਦੇ ਹੋਏ ਮੈਂ ਮੰਜੇ ਤੋਂ ਹੇਠਾਂ ਉਤਰੀ ਅਤੇ ਪੂਜਾ ਨੂੰ ਦੇਖਣ ਲਈ ਕਮਰੇ ਤੋਂ ਬਾਹਰ ਆਉਣ ਲੱਗੀ। ਇਸ ਲਈ ਜੋ ਮੈਂ ਆਪਣੇ ਸਾਹਮਣੇ ਦੇਖਿਆ ਉਸ ਨੇ ਮੈਨੂੰ ਹੈਰਾਨ ਕਰ ਦਿੱਤਾ। ਦੋਵੇਂ ਬਾਹਰੋਂ ਆ ਰਹੇ ਸਨ। ਪੂਜਾ ਨੇ ਬੜੀ ਨਰਮੀ ਨਾਲ ਦਰਵਾਜ਼ਾ ਬੰਦ ਕਰ ਲਿਆ ਤੇ ਗਾਰਡ ਨੂੰ ਜੱਫੀ ਪਾ ਕੇ ਵਾਪਸ ਕਮਰੇ ਵਿੱਚ ਆਉਣ ਲੱਗੀ। ਮੈਂ ਫਟਾਫਟ ਆਪਣੀ ਜਗ੍ਹਾ ਤੇ ਜਾ ਕੇ ਲੇਟ ਗਈ। ਰਾਤ ਦੇ ਇਸ ਸਮੇਂ ਦੋਵੇਂ ਬਾਹਰੋਂ ਆ ਰਹੇ ਸਨ, ਪਰ ਉਹ ਬਾਹਰ ਕਿਉਂ ਗਈ ਅਤੇ ਉਹ ਵੀ ਇਸ ਗਾਰਡ ਨਾਲ? ਦਰਅਸਲ ਸਾਨੂੰ ਇੱਥੋਂ ਜਾਣ ਦੀ ਮਨਾਹੀ ਸੀ। ਅਸੀਂ ਉਦੋਂ ਤੱਕ ਇੱਥੋਂ ਬਾਹਰ ਨਹੀਂ ਜਾ ਸਕਦੇ ਸੀ ਜਦੋਂ ਤੱਕ ਅਸੀਂ ਆਪਣੀ ਡਿਊਟੀ ਵਿੱਚ ਸ਼ਾਮਲ ਨਹੀਂ ਹੁੰਦੇ ਸਨ। ਇਸੇ ਲਈ ਉਸ ਨੇ ਇਸ ਗਾਰਡ ਨਾਲ ਚੱਕਰ ਚਲਾਇਆ ਸੀ ਤਾਂ ਜੋ ਉਹ ਆਰਾਮ ਨਾਲ ਬਾਹਰ ਘੁੰਮ ਸਕੇ, ਪਰ ਇਹ ਸਭ ਗਲਤ ਸੀ। ਇਸੇ ਲਈ ਮੈਂ ਸੋਚਿਆ ਕਿ ਸਵੇਰੇ ਹੁੰਦੇ ਹੀ ਮੈਂ ਉਸ ਨੂੰ ਸਮਝਾਵਾਂਗੀ ਕਿ ਉਹ ਜਿਸ ਰਾਹ ਤੇ ਚੱਲ ਰਹੀ ਹੈ ਉਹ ਠੀਕ ਨਹੀਂ ਹੈ। ਪਰ ਉਸ ਦੀ ਨੌਬਤ ਹੀ ਨਹੀਂ ਆਈ। ਪਹਿਲੇ ਗਰੁੱਪ ਦੀਆਂ ਲੜਕੀਆਂ ਦੀ ਸਿਖਲਾਈ ਪੂਰੀ ਹੋ ਗਈ ਅਤੇ ਉਹ ਅਗਲੇ ਦਿਨ ਉੱਥੋਂ ਰਵਾਨਾ ਹੋ ਗਈਆਂ। ਹੁਣ ਪਿੱਛੇ ਕੁੜੀਆਂ ਦੇ 2 ਗਰੁੱਪ ਸਨ। ਮੈਂ ਪੂਜਾ ਤੋਂ ਟ੍ਰੇਨਿੰਗ ਬਾਰੇ ਪੁੱਛਣਾ ਹੀ ਚਾਹੁੰਦੀ ਸੀ, ਪਰ ਬਦਕਿਸਮਤੀ ਨਾਲ ਮੈਨੂੰ ਉਸ ਨਾਲ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਉੱਥੋਂ ਚਲੀ ਗਈ। ਹਾਲਾਂਕਿ ਉਸਨੇ ਕਿਹਾ ਕਿ ਉਹ ਮੈਨੂੰ ਸਭ ਕੁਝ ਦੱਸ ਦੇਵੇਗੀ। ਪੂਜਾ ਬਹੁਤ ਚੰਗੀ ਕੁੜੀ ਸੀ। ਮੈਨੂੰ ਇੱਕ ਗੱਲ ਤੋਂ ਫਿਰ ਹੈਰਾਨੀ ਹੋਈ ਕਿ ਜਿਵੇਂ ਹੀ ਪੂਜਾ ਇੱਥੋਂ ਚਲੀ ਗਈ ਤਾਂ ਇੱਥੋਂ ਦਾ ਗਾਰਡ ਵੀ ਬਦਲ ਗਿਆ ਸੀ। ਹੁਣ ਇੱਥੇ ਇੱਕ ਹੋਰ ਗਾਰਡ ਆ ਗਿਆ ਸੀ। ਦੂਜੇ ਗਰੁੱਪ ਦੀਆਂ ਕੁੜੀਆਂ ਵੀ ਜਾ ਚੁੱਕੀਆਂ ਸਨ। ਹੁਣ ਸਿਰਫ 5 ਕੁੜੀਆਂ ਦਾ ਗਰੁੱਪ ਹੀ ਰਹਿ ਗਿਆ ਸੀ। ਕਈ ਵਾਰ ਮੈਂ ਸੋਚਦੀ ਸੀ ਕਿ ਸਾਰੀਆਂ ਕੁੜੀਆਂ ਨੂੰ ਇਕੱਠੇ ਸਿਖਲਾਈ ਦੇਣ ਦੀ ਬਜਾਏ ਵੱਖ-ਵੱਖ ਗਰੁੱਪ ਕਿਉਂ ਬਣਾਏ ਜਾ ਰਹੇ ਹਨ। ਪਰ ਫਿਰ ਮੈਨੂੰ ਪੂਜਾ ਦੀ ਇਹ ਗੱਲ ਯਾਦ ਆਉਂਦੀ ਹੈ ਕਿ ਇਹ ਸਾਡਾ ਦੇਸ਼ ਨਹੀਂ, ਇਹ ਕੋਈ ਹੋਰ ਦੇਸ਼ ਹੈ। ਇੱਥੇ ਨਿਯਮ ਵੱਖਰੇ ਹਨ। ਅਤੇ ਜਦੋਂ ਮੈਂ ਪਹਿਲੀ ਵਾਰ ਸਵਾਲ ਪੁੱਛਿਆ ਤਾਂ ਮੈਡਮ ਨੇ ਸਾਰਿਆਂ ਦੇ ਸਾਹਮਣੇ ਮੇਰੀ ਬਹੁਤ ਬੇਇੱਜ਼ਤੀ ਕੀਤੀ। ਇਸ ਲਈ ਹੁਣ ਮੈਂ ਉਸ ਤੋਂ ਦੁਬਾਰਾ ਕੁਝ ਪੁੱਛ ਕੇ ਆਪਣੇ ਆਪ ਨੂੰ ਮੁਸੀਬਤ ਵਿੱਚ ਨਹੀਂ ਪਾ ਸਕਦੀ ਸੀ। ਹੁਣ ਮੈਂ ਦੂਜੀ ਵਾਰ ਸਭ ਦੇ ਸਾਹਮਣੇ ਬੇਇੱਜ਼ਤੀ ਨਹੀਂ ਕਰਵਾਉਣਾ ਚਾਹੁੰਦੀ ਸੀ, ਨਾ ਹੀ ਇੱਥੋਂ ਵਾਪਸ ਜਾਣਾ ਚਾਹੁੰਦੀ ਸੀ। ਜਿਸ ਦਿਨ ਮੈਨੂੰ ਪਤਾ ਲੱਗਾ ਕਿ ਅੰਦਰਲੀ ਗੱਲ ਵੀ ਮੈਡਮ ਤੱਕ ਪਹੁੰਚ ਜਾਂਦੀ ਹੈ ਤਾਂ ਉਸ ਦਿਨ ਤੋਂ ਬਾਅਦ ਮੇਰੇ ਮੂੰਹੋਂ ਅਜੀ ਕੋਈ ਗੱਲ ਨਹੀਂ ਨਿਕਲੀ, ਕਿਉਂਕਿ ਪਤਾ ਨਹੀਂ ਸਾਡੇ ਵਿੱਚੋਂ ਮੈਡਮ ਦਾ ਮੁਖੱਬਰ ਕੌਣ ਸੀ। ਹੁਣ ਇੰਨੇ ਦਿਨਾਂ ਬਾਅਦ ਸਾਡੀ ਵਾਰੀ ਆਈ ਸੀ ਅਤੇ ਟ੍ਰੇਨਿੰਗ ਦੇ ਨਾਂ ਤੇ ਜੋ ਦਵਾਈ ਸਾਨੂੰ ਦਿੱਤੀ ਜਾਂਦੀ ਸੀ, ਉਹ ਕਰੇਲੇ ਦਾ ਜੂਸ ਪੀ ਕੇ ਇੰਨੀ ਬੇਹੋਸ਼ੀ ਦੀ ਨੀਂਦ ਆਈ ਸੀ, ਮੇਰੀਆਂ ਅਗਲੇ ਦਿਨ ਹੀ ਅੱਖਾਂ ਖੁੱਲੀਆਂ ਸੀ। ਅਗਲੇ ਦਿਨ ਜਾਗਣ ਤੋਂ ਬਾਅਦ ਮੈਂ ਕੁਝ ਸਮੇਂ ਲਈ ਸਮਝ ਨਹੀਂ ਸਕੀ ਕਿ ਇਹ ਕੀ ਹੋਇਆ ਸੀ। ਫਿਰ ਜਦੋਂ ਮੈਨੂੰ ਸਭ ਕੁਝ ਯਾਦ ਆਇਆ ਤਾਂ ਮੈਂ ਹੈਰਾਨ ਰਹਿ ਗਈ। ਮੈਨੂੰ ਉਹ ਸਭ ਕੁਝ ਯਾਦ ਆ ਗਿਆ ਸੀ ਜੋ ਹੁਣ ਤੱਕ ਹੋਇਆ ਸੀ। ਜਦੋਂ ਮੈਂ ਖੜੇ ਹੋਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਚੱਕਰ ਆਇਆ ਅਤੇ ਹੇਠਾਂ ਡਿੱਗ ਪਈ। ਹੁਣ ਮੈਨੂੰ ਸ਼ੱਕ ਸੀ ਕਿ ਟ੍ਰੇਨਿੰਗ ਦੇ ਨਾਂ ਤੇ ਸਾਡੇ ਨਾਲ ਇਹ ਕਿਹੋ ਜਿਹਾ ਧੋਖਾ ਕੀਤਾ ਜਾ ਰਿਹਾ ਹੈ। ਅਚਾਨਕ ਮੇਰੇ ਕਮਰੇ ਵਿੱਚ ਕੋਈ ਆਇਆ। ਜਦੋਂ ਮੈਂ ਦੇਖਿਆ ਤਾਂ ਇਹ ਉਹੀ ਗਾਰਡ ਸੀ ਜੋ ਪੂਜਾ ਦਾ ਪਾਗਲ ਸੀ। ਉਹ ਮੇਰੇ ਕੋਲ ਆਇਆ
ਅਤੇ ਕਹਿਣ ਲੱਗਾ ਕਿ ਅੱਜ ਤੋਂ ਬਾਅਦ ਤੁਸੀਂ ਉਹ ਜੂਸ ਨਾ ਪੀਓ। ਪਰ ਕਿਵੇਂ ਵੀ ਕਰਕੇ ਉਸ ਨੂੰ ਡੋਲ ਦੇਣਾ। ਉਸ ਨੇ ਮੇਰੀ ਮਦਦ ਕੀਤੀ ਅਤੇ ਮੈਨੂੰ ਪਾਣੀ ਦਿੱਤਾ ਅਤੇ ਮੈਨੂੰ ਕੁਝ ਹੋਸ਼ ਆ ਗਿਆ। ਮੈਂ ਕਿਹਾ, ਤੁਸੀਂ ਮੇਰੀ ਮਦਦ ਕਿਉਂ ਕਰਨਾ ਚਾਹੁੰਦੇ ਹੋ? ਉਸ ਨੇ ਮੈਨੂੰ ਦੱਸਿਆ ਕਿ ਪੂਜਾ ਨੇ ਮੈਨੂੰ ਕਿਹਾ ਸੀ। ਮੈਂ ਪੁੱਛਿਆ, ਤੁਸੀਂ ਇੰਡੀਅਨ ਲੱਗਦੇ ਹੋ, ਤੁਸੀਂ ਇੱਥੇ ਕਿਵੇਂ ਆਏ ਹੋ? ਉਹ ਦੱਸਣ ਲੱਗਾ ਕਿ ਮੈਂ ਨੌਕਰੀ ਦੀ ਭਾਲ ਵਿੱਚ ਭਾਰਤ ਤੋਂ ਦੁਬਈ ਆਇਆ ਸੀ, ਪਰ ਇੱਥੇ ਆ ਕੇ ਮੈਨੂੰ ਕੋਈ ਨੌਕਰੀ ਨਹੀਂ ਮਿਲੀ। ਇੱਥੇ ਮੈਂ ਆਪਣੇ ਜੋ ਦੋਸਤ ਨਾਲ ਰਹਿ ਰਿਹਾ ਸੀ, ਹੁਣ ਉਹ ਵੀ ਮੇਰੇ ਤੋਂ ਤੰਗ ਆ ਗਿਆ ਸੀ ਕਿਉਂਕਿ ਮੈਨੂੰ ਇੱਥੇ ਆਈ ਨੂੰ ਪੂਰਾ ਮਹੀਨਾ ਹੋ ਗਿਆ ਸੀ। ਮੈਨੂੰ ਕੋਈ ਨੌਕਰੀ ਨਹੀਂ ਮਿਲ ਸਕੀ। ਇਸ ਕਰਕੇ ਮੇਰੇ ਕੋਲ ਜੋ ਪੈਸਾ ਸੀ ਉਹ ਵੀ ਖਤਮ ਹੋ ਗਏ। ਇਸ ਕਰਕੇ ਮੇਰੇ ਕੋਲ ਜੋ ਪੈਸੇ ਸਨ ਉਹ ਵੀ ਖਤਮ ਹੋ ਗਏ। ਮੇਰੇ ਸਾਰੇ ਕਾਗਜ਼ਾਤ ਵੀ ਪੂਰੇ ਸਨ ਅਤੇ ਮੈਂ ਕਾਨੂੰਨੀ ਤੌਰ ਤੇ ਇੱਥੇ ਆਇਆ ਸੀ। ਮੈਂ ਭਾਰਤ ਛੱਡਣਾ ਨਹੀਂ ਚਾਹੁੰਦਾ ਸੀ, ਪਰ ਵੱਧਦੀ ਮਹਿੰਗਾਈ ਕਾਰਨ ਮੈਂ ਆਪਣੇ ਅਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਇੱਥੇ ਆਇਆ ਹਾਂ ਅਤੇ ਇੱਥੇ ਵੀ ਬੇਰੁਜ਼ਗਾਰੀ ਸੀ। ਮੈਂ ਸੜਕ ਤੇ ਸੈਰ ਕਰ ਰਿਹਾ ਸੀ ਕਿ ਅਚਾਨਕ ਇੱਕ ਆਦਮੀ ਮੇਰੇ ਇੱਕ ਪਾਸਿਓਂ ਦੌੜਦਾ ਹੋਇਆ ਲੰਘਿਆ। ਉਸ ਦੇ ਪਿੱਛੇ ਇੱਕ ਕੁੜੀ ਭੱਜ ਰਹੀ ਸੀ ਜੋ ਉਸ ਨੂੰ ਚੋਰ ਕਹਿ ਰਹੀ ਸੀ। ਕੁੜੀ ਦੀ ਆਵਾਜ਼ ਸੁਣ ਕੇ ਮੈਂ ਸਮਝ ਗਿਆ ਕਿ ਉਹ ਬੰਦਾ ਇਸ ਕੁੜੀ ਦਾ ਕੁਝ ਸਮਾਨ ਲੈ ਕੇ ਭੱਜ ਰਿਹਾ ਹੋਵੇਗਾ। ਮੈਂ ਤੁਰੰਤ ਉਸ ਦੇ ਪਿੱਛੇ ਭੱਜਣਾ ਸ਼ੁਰੂ ਕਰ ਦਿੱਤਾ ਅਤੇ ਥੋੜੇ ਸਮੇਂ ਵਿੱਚ ਹੀ ਮੈਂ ਇਸ ਆਦਮੀ ਨੂੰ ਫੜ ਲਿਆ। ਉਦੋਂ ਤੱਕ ਉਹ ਕੁੜੀ ਵੀ ਸਾਡੇ ਕੋਲ ਪਹੁੰਚ ਚੁੱਕੀ ਸੀ। ਉਸਨੇ ਮੇਰਾ ਧੰਨਵਾਦ ਕੀਤਾ ਅਤੇ ਇਸ ਸਮੇਂ ਪੁਲਿਸ ਨੂੰ ਬੁਲਾਇਆ ਅਤੇ ਉਸ ਆਦਮੀ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ। ਉਹ ਕੁੜੀ ਪੂਜਾ ਸੀ। ਫਿਰ ਉਸ ਦਿਨ ਤੋਂ ਬਾਅਦ ਮੈਨੂੰ ਨੌਕਰੀ ਦੀ ਲੋੜ ਨਹੀਂ ਪਈ ਕਿਉਂਕਿ ਮੈਂ ਪੂਜਾ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਮੈਂ ਤੁਹਾਨੂੰ ਪੂਜਾ ਦੀ ਸੱਚਾਈ ਦੱਸਣ ਆਇਆ ਹਾਂ। ਇਸ ਤੋਂ ਪਹਿਲਾਂ ਕਿ ਉਹ ਮੈਨੂੰ ਕੁਝ ਕਹੇ, ਅਚਾਨਕ ਬਾਹਰੋਂ ਰੌਲਾ ਸੁਣਾਈ ਦਿੱਤਾ। ਰੌਲਾ ਸੁਣ ਕੇ ਸਾਰੇ ਉੱਠ ਗਏ। ਇਸ ਕਾਰਨ ਉਸ ਨੂੰ ਕਮਰੇ ਤੋਂ ਭੱਜਣਾ ਪਿਆ। ਉਸ ਦੇ ਜਾਣ ਤੋਂ ਬਾਅਦ ਮੈਂ ਉਲਝਣ ਵਿੱਚ ਸੀ ਕਿ ਇਹ ਕੀ ਹੋ ਰਿਹਾ ਹੈ। ਮੈਨੂੰ ਕੁਝ ਸਮਝ ਨਹੀਂ ਆ ਰਿਹਾ, ਸਿਰਫ ਉਲਝਣ ਸੀ। ਹੁਣ ਮੈਨੂੰ ਡਰ ਲੱਗਣ ਲੱਗਾ। ਮੈਂ ਸੋਚ ਰਹੀ ਸੀ ਕਿ ਕੀ ਮੈਂ ਇੱਥੇ ਆ ਕੇ ਕੋਈ ਗਲਤ ਫੈਸਲਾ ਲਿਆ ਹੈ। ਸ਼ਾਮ ਨੂੰ ਫਿਰ ਮੈਨੂੰ ਉਹ ਕੌੜਾ ਰਸ ਦਿੱਤਾ ਗਿਆ, ਪਰ ਮੈਂ ਉਹ ਜੂਸ ਆਪਣੇ ਮੂੰਹ ਵਿੱਚ ਰੱਖਿਆ, ਨਾ ਪੀਤਾ ਅਤੇ ਕਮਰੇ ਵਿੱਚ ਆ ਕੇ ਇੱਕ ਪਾਸੇ ਥੁੱਕ ਦਿੱਤਾ। ਮੈਂ ਦੇਖਿਆ ਕਿ ਗਾਰਡ ਮੈਨੂੰ ਪੂਜਾ ਬਾਰੇ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸ ਨੂੰ ਮੌਕਾ ਨਹੀਂ ਮਿਲਿਆ। 2 ਦਿਨਾਂ ਬਾਅਦ ਸਾਨੂੰ ਦੱਸਿਆ ਗਿਆ ਕਿ ਸਾਡਾ ਪਹਿਲਾ ਟੈਸਟ ਪੂਰਾ ਹੋ ਗਿਆ ਹੈ। ਹੁਣ ਅਸੀਂ ਦੂਜਾ ਟੈਸਟ ਪਾਸ ਕਰਨਾ ਹੈ। ਉਸ ਦਿਨ ਤੋਂ ਬਾਅਦ ਮੈਂ ਇਸ ਗਾਰਡ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮੈਨੂੰ ਉਹ ਕਿਤੇ ਨਹੀਂ ਮਿਲਿਆ। ਸ਼ਾਇਦ ਉਸ ਦੀ ਡਿਊਟੀ ਬਦਲ ਦਿੱਤੀ ਗਈ ਸੀ। ਹੁਣ ਮੈਨੂੰ ਸ਼ੱਕ ਹੋਣ ਲੱਗਾ ਇਹ ਸਾਡੇ ਨਾਲ ਧੋਖਾ ਹੋਇਆ ਸੀ। 4 ਦਿਨਾਂ ਬਾਅਦ ਸਾਨੂੰ ਦੁਬਾਰਾ ਇੱਕ ਅਣਜਾਣ ਮੰਜ਼ਿਲ ਵੱਲ ਇੱਕ ਵਾਰ ਫਿਰ ਲਿਜਾਇਆ ਗਿਆ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਮੈਨੂੰ ਲੱਗਾ ਜਿਵੇਂ ਸਾਡੇ ਨਾਲ ਕੁਝ ਗਲਤ ਹੋਣਾ ਵਾਲਾ ਹੈ। ਜਦੋਂ ਮੈਂ ਆਪਣੇ ਨਾਲ ਕੁੜੀਆਂ ਨੂੰ ਉਠਾਇਆ ਤਾਂ ਮੈਨੂੰ ਪਤਾ ਲੱਗਾ ਕਿ ਉਹ ਅਜੇ ਵੀ ਕਰੇਲੇ ਦਾ ਜੂਸ ਪੀਣ ਕਾਰਨ ਬੇਹੋਸ਼ ਹਨ। ਮੈਂ ਉਹਨਾਂ ਦੇ ਚਿਹਰੇ ਤੇ ਪਾਣੀ ਪਾ ਦਿੱਤਾ। ਜਦੋਂ ਉਹਨਾਂ ਨੂੰ ਹੋਸ਼ ਆਇਆ ਤਾਂ ਮੈਂ ਉਹਨਾਂ ਨੂੰ ਹੋਸ਼ ਵਿੱਚ ਰਹਿਣ ਲਈ ਕਿਹਾ, ਪਰ 2 ਮਿੰਟ ਬਾਅਦ ਉਹਨਾਂ ਨੂੰ ਫਿਰ ਤੋਂ ਨਸ਼ਾ ਹੋ ਗਿਆ। ਸ਼ਾਇਦ ਉਸਨੇ ਉਸ ਰਸ ਵਿੱਚ ਕੋਈ ਨਸ਼ੀਲੀ ਦਵਾਈ ਮਿਲਾ ਦਿੱਤੀ ਸੀ। ਹੁਣ ਇਸ ਹਾਲਤ ਵਿੱਚ ਮੈਂ ਇਕੱਲੀ ਕੀ ਕਰਾਂ? ਇਸ ਸਥਿਤੀ ਵਿੱਚ ਜੇ ਸਾਡੇ ਨਾਲ ਕੁਝ ਗਲਤ ਹੋ ਗਿਆ ਸੀ ਤਾਂ ਮੈਂ ਇੱਕ ਲੜਕੀ ਹੋਣ ਦੇ ਨਾਤੇ ਕਿੰਨੀ ਦੂਰ ਬਚ ਸਕਦੀ ਸੀ। ਕਾਰ ਦੀ ਰਫ਼ਤਾਰ ਅਚਾਨਕ ਬਹੁਤ ਤੇਜ਼ ਹੋ ਗਈ। ਮੈਂ ਆਪਣੇ ਹੋਸ਼ ਗਵਾਉਣ ਲੱਗ ਪਈ। ਸ਼ੁਰੂ ਵਿੱਚ ਮੈਨੂੰ ਇਹਨਾਂ ਲੋਕਾਂ ਬਾਰੇ ਜੋ ਸ਼ੱਕ ਸੀ ਉਹ ਹੁਣ ਸੱਚ ਸਾਬਤ ਹੋ ਰਿਹਾ ਹੈ। ਕਾਰ ਇੱਕ ਬਹੁਤ ਹੀ ਸੁੰਦਰ ਮਹਿਲ ਦੇ ਸਾਹਮਣੇ ਆ ਕੇ ਰੁਕੀ। ਮੈਂ ਵੀ ਇਹਨਾਂ ਕੁੜੀਆਂ ਵਾਂਗ ਝੱਟ ਬੇਹੋਸ਼ ਹੋਣ ਦਾ ਨਾਟਕ ਕੀਤਾ। 3-4 ਬੰਦਿਆਂ ਨੇ ਸਾਨੂੰ ਬਾਹਾਂ ਤੋਂ ਫੜ ਕੇ ਬਾਹਰ ਕੱਢ ਲਿਆ ਅਤੇ ਮੈਡਮ ਦੇ ਸਾਹਮਣੇ ਘਸੀਟ ਕੇ ਅੰਦਰ ਲੈ ਗਏ। ਅੰਦਰ ਜਾ ਕੇ ਦੇਖਿਆ ਕਿ 3-4 ਅੰਗਰੇਜ਼ ਉੱਥੇ ਬੈਠੇ ਸਿਰਗਟਾਂ ਪੀ ਰਹੇ ਸਨ ਅਤੇ ਸ਼ਰਾਬ ਪੀ ਰਹੇ ਸਨ। ਅਸੀਂ ਸਾਰੀਆਂ ਕੁੜੀਆਂ ਉਸ ਦੇ ਕੋਲ ਸੋਫੇ ਤੇ ਲੇਟ ਗਈਆਂ। ਉਸ ਮੈਡਮ ਨੇ ਇਸ ਅੰਗਰੇਜ਼ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀਆਂ ਗੱਲਾਂ ਤੋਂ ਮੈਂ ਅੰਦਾਜ਼ਾ ਲਗਾ ਸਕਦੀ ਸੀ ਕਿ ਮੈਡਮ ਸਾਨੂੰ 5 ਕੁੜੀਆਂ ਇਸ ਅੰਗਰੇਜ਼ ਦੇ ਹਵਾਲੇ ਕਰਨ ਆਈ ਹੈ। ਉਸ ਨੇ ਕਿਹਾ ਕਿ ਮੈਂ ਉਸ ਨੂੰ ਹਰ ਰੋਜ਼ ਬੇਹੋਸ਼ ਕਰਨ ਦੀ ਦਵਾਈ ਦਿੱਤੀ ਹੈ। ਇਹ ਕੁੜੀਆਂ ਅਜੇ ਵੀ ਹੋਸ਼ ਵਿੱਚ ਨਹੀਂ ਹਨ। ਇਹ ਉਸੇ ਹਾਲਤ ਵਿੱਚ ਹਨ ਜਿਵੇਂ ਤੁਸੀਂ ਕਿਹਾ ਸੀ। ਉਹ ਅੰਗਰੇਜ਼ ਉੱਚੀ-ਉੱਚੀ ਹੱਸਣ ਲੱਗਾ। ਕੁਝ ਸਮੇਂ ਬਾਅਦ ਜਦੋਂ ਮੈਡਮ ਅਤੇ ਉਸ ਅੰਗਰੇਜ਼ ਦਾ ਸੌਦਾ ਪੂਰਾ ਹੋ ਗਿਆ ਅਤੇ ਉਸਨੇ ਉਸ ਨੂੰ ਪੈਸਿਆਂ ਨਾਲ ਭਰਿਆ ਬੈਗ ਦੇਣਾ ਸ਼ੁਰੂ ਕਰ ਦਿੱਤਾ, ਇਸ ਸਮੇਂ ਮੇਰਾ ਦਿਮਾਗ ਕੰਮ ਕਰ ਗਿਆ ਕਿਉਂਕਿ ਕੋਈ ਸਾਡੇ ਵੱਲ ਨਹੀਂ ਦੇਖ ਰਿਹਾ ਸੀ। ਮੈਂ ਆਪਣੇ ਨੇੜੇ ਖੜੇ ਗਾਰਡ ਦੀ ਪੈਂਟ ਵਿੱਚੋਂ ਪਿਸਤੌਲ ਕੱਢ ਕੇ ਸਾਰਿਆਂ ਵੱਲ ਇਸ਼ਾਰਾ ਕੀਤਾ ਤਾਂ ਅਚਾਨਕ ਉੱਥੇ ਖੜੇ ਸਾਰੇ ਗਾਰਡ ਨੇ ਆਪਣੇ ਪਿਸਤੌਲ ਸਾਡੇ ਵੱਲ ਮੋੜ ਲਏ।
ਮੈਂ ਉਸ ਔਰਤ ਨੂੰ ਨਿਸ਼ਾਨਾ ਬਣਾਇਆ ਜੋ ਸਾਡੀ ਮੈਡਮ ਸੀ ਅਤੇ ਕਿਹਾ ਕਿ ਸਾਡੇ ਪਾਸਪੋਰਟ ਕਿੱਥੇ ਹਨ, ਕਿਉਂਕਿ ਏਅਰਪੋਰਟ ਤੋਂ ਉਤਰਦੇ ਹੀ ਸਾਡੇ ਪਾਸਪੋਰਟ ਸਾਡੇ ਸਾਰਿਆਂ ਤੋਂ ਲੈ ਲਏ ਗਏ ਸਨ। ਮੈਂ ਅਜੇ ਉਸ ਨਾਲ ਗੱਲਾਂ ਕਰ ਰਹੀ ਸੀ ਕਿ ਅਚਾਨਕ ਉਸ ਅੰਗਰੇਜ਼ ਨੇ ਚਲਾਕੀ ਦਿਖਾਉਂਦੇ ਹੋਏ ਦੌੜ ਕੇ ਮੇਰੇ ਹੱਥੋਂ ਪਿਸਤੌਲ ਖੋਹ ਲਿਆ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੇਰੀ ਪਿਸਤੌਲ ਉਸ ਤੱਕ ਨਾ ਪਹੁੰਚ ਜਾਵੇ, ਪਰ ਮੈਂ ਇੱਕ ਕੁੜੀ ਸੀ ਅਤੇ ਉਹ ਇੱਕ ਆਦਮੀ ਸੀ। ਉਸ ਨੇ ਹਿੰਮਤ ਦਿਖਾਉਂਦੇ ਹੋਏ ਮੇਰੇ ਕੋਲੋਂ ਪਿਸਤੌਲ ਖੋਹ ਲਿਆ। ਇੱਕ ਵਾਰ ਫਿਰ ਮੈਂ ਉਸਦੇ ਹੱਥਾਂ ਵਿੱਚ ਸੀ। ਮੈਂ ਮੈਡਮ ਨੂੰ ਪੁੱਛਿਆ, ਅਸੀਂ ਤੁਹਾਡਾ ਕੀ ਨੁਕਸਾਨ ਕੀਤਾ ਹੈ? ਆਓ ਆਪਾਂ ਆਪਣੇ ਦੇਸ਼ ਵਾਪਸ ਚੱਲੀਏ। ਅਸੀਂ ਤੁਹਾਡੇ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਾਂਗੇ। ਉਸ ਔਰਤ ਨੇ ਮੇਰੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਦੇ ਹੋਏ ਕਿਹਾ, ਇੰਨੇ ਲੰਬੇ ਸਮਿਆਂ ਦੀ ਯੋਜਨਾ ਬਣਾ ਕੇ ਅਤੇ ਇੰਨੇ ਪੈਸੇ ਖਰਚਣ ਤੋਂ ਬਾਅਦ ਮੈਂ ਤੁਹਾਨੂੰ ਇੱਥੇ ਤੁਹਾਡੇ ਦੇਸ਼ ਵਾਪਸ ਭੇਜਣ ਲਈ ਨਹੀਂ ਲਿਆਈ, ਸਗੋਂ ਮੈਂ ਤੁਹਾਨੂੰ ਇਸ ਅੰਗਰੇਜ਼ ਕੋਲ ਛੱਡ ਕੇ ਜਾ ਰਹੀ ਹਾਂ। ਉਹ ਤੁਹਾਨੂੰ ਪੰਜਾਂ ਨੂੰ ਇੱਥੇ ਸਦਾ ਲਈ ਰੱਖੇਗਾ ਅਤੇ ਤੁਸੀਂ ਇਸ ਮਹਿਲ ਵਿੱਚ ਹਮੇਸ਼ਾ ਕੈਦੀ ਰਹੋਗੇ। ਹੁਣ ਤੁਸੀਂ ਲੋਕ ਆਪਣੇ ਦੇਸ਼, ਆਪਣੇ ਮਾਤਾ ਪਿਤਾ ਨੂੰ ਜਾਣ ਦਾ ਖਿਆਲ ਛੱਡ ਦਿਓ। ਤੁਸੀਂ ਲੋਕ ਹੁਣ ਹਮੇਸ਼ਾ ਇੱਥੇ ਹੀ ਰਹੋਗੇ। ਮੈਂ ਪੂਰੀ ਤਰ੍ਹਾਂ ਉਲਝਣ ਵਿੱਚ ਸੀ। ਇਹ ਮੇਰੇ ਲਾਲਚ ਦੀ ਸਜ਼ਾ ਸੀ ਕਿ ਮੈਂ ਸੱਚ ਜਾਣੇ ਬਿਨਾਂ ਇੱਥੇ ਆ ਗਈ ਸੀ। ਪਰ ਮੈਂ ਹੀ ਨਹੀਂ, ਕੁੜੀਆਂ ਵੀ ਇੱਥੇ ਆਈਆਂ ਸਨ ਤਾਂ ਕਿ ਹਰ ਕੋਈ ਠੱਗਿਆ ਗਿਆ ਸੀ। ਉਸ ਨੇ ਕਿਹਾ, ਹਾਂ, ਅਸੀਂ ਪਹਿਲਾਂ ਵਾਲੀਆਂ ਕੁੜੀਆਂ ਨੂੰ ਉਹਨਾਂ ਦੀ ਮੰਜ਼ਿਲ ਤੇ ਪਹੁੰਚਾ ਚੁੱਕੇ ਹਾਂ। ਹੁਣ ਸਿਰਫ 13-5 ਕੁੜੀਆਂ ਦਾ ਟੋਲਾ ਬਚਿਆ ਸੀ। ਅਸੀਂ ਤੁਹਾਨੂੰ ਇੱਥੇ ਬੁਲਾਉਣ ਲਈ ਧੋਖਾ ਦਿੱਤਾ ਹੈ ਤਾਂ ਜੋ ਅਸੀਂ ਤੁਹਾਡਾ ਸੌਦਾ ਕਰ ਸਕੀਏ ਅਤੇ ਤੁਸੀਂ ਸਾਰੇ ਮੂਰਖ ਕੁੜੀਆਂ ਨੌਕਰੀ ਦੇ ਲਾਲਚ ਵਿੱਚ ਅਤੇ ਸੱਚ ਜਾਣੇ ਬਿਨਾਂ ਸਾਡੇ ਸ਼ਬਦਾਂ ਦੁਆਰਾ ਇੱਥੇ ਆਈਆਂ। ਅੱਜ ਮੈਂ ਤੁਹਾਨੂੰ ਇਸ ਅੰਗਰੇਜ਼ ਦੇ ਹਵਾਲੇ ਕਰ ਦਿੱਤਾ। ਹੁਣ ਮੈਂ ਚਲੀ ਜਾਵਾਂਗੀ। ਤੁਸੀਂ ਲੋਕ ਇੱਥੇ ਹੀ ਰਹੋ। ਉਹ ਨੋਟਾਂ ਨਾਲ ਭਰਿਆ ਬੈਗ ਲੈ ਕੇ ਨਿਕਲਣ ਹੀ ਵਾਲੀ ਸੀ ਕਿ ਅਚਾਨਕ ਸਾਹਮਣੇ ਤੋਂ ਆਵਾਜ਼ ਆਈ, ਮੈਡਮ ਤੁਸੀਂ ਇੰਨੀ ਜਲਦੀ ਕਿਉਂ ਹੋ? ਜਦੋਂ ਮੈਂ ਇਸ ਨੂੰ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ। ਪੂਜਾ ਸਾਹਮਣੇ ਖੜੀ ਸੀ, ਪਰ ਉਸ ਦੇ ਨਾਲ ਬਹੁਤ ਸਾਰੇ ਆਦਮੀ ਸਨ ਅਤੇ ਉਹਨਾਂ ਸਾਰਿਆਂ ਦੇ ਹੱਥਾਂ ਵਿੱਚ ਬੰਦੂਕਾਂ ਸਨ। ਉਹ ਮੈਡਮ ਪੂਜਾ ਨੂੰ ਦੇਖ ਕੇ ਦੰਗ ਰਹਿ ਗਈ। ਉਸਨੇ ਕਿਹਾ, ਮੈਂ ਤੈਨੂੰ ਵੇਚ ਦਿੱਤਾ ਸੀ, ਠੀਕ? ਤੁਸੀਂ ਇੱਥੇ ਕਿਵੇਂ ਹੋ? ਤੁਸੀਂ ਉਸ ਬੰਦੇ ਤੋਂ ਕਿਵੇਂ ਛੁਟਕਾਰਾ ਪਾਇਆ? ਉੱਥੋਂ ਨਿਕਲਣਾ ਤਾਂ ਤੁਹਾਡੇ ਲਈ ਅਸੰਭਵ ਸੀ। ਫਿਰ ਤੁਸੀਂ ਇੱਥੇ ਕਿਵੇਂ ਆ ਗਏ? ਮੈਂ ਦੁਬਈ ਪੁਲਿਸ ਫੋਰਸ ਤੋਂ ਪੂਜਾ ਹਾਂ। ਕਾਫੀ ਸਮੇਂ ਤੋਂ ਸਾਨੂੰ ਖਬਰਾਂ ਮਿਲ ਰਹੀਆਂ ਸਨ ਕਿ ਇੱਥੇ ਬਹੁਤ ਸਾਰੇ ਉਤਪਾਦਕ ਹਨ ਜੋ ਦੂਜੇ ਦੇਸ਼ਾਂ ਤੋਂ ਕੁੜੀਆਂ ਲਿਆਉਂਦੇ ਹਨ। ਉਹ ਉਸ ਨੂੰ ਨੌਕਰੀ ਦਾ ਝਾਂਸਾ ਦੇ ਕੇ ਦੁਬਈ ਲੈ ਆਉਂਦੇ ਹਨ ਅਤੇ ਫਿਰ ਉਸ ਨੂੰ ਬੇਹੋਸ਼ੀ ਦੀ ਦਵਾਈ ਦੇ ਕੇ ਕਮਜ਼ੋਰ ਕਰ ਦਿੰਦੇ ਹਨ ਤਾਂ ਜੋ ਆਪਣੀ ਸੁਰੱਖਿਆ ਲਈ ਕੁਝ ਨਾ ਕਰ ਸਕੇ ਅਤੇ ਉਸ ਦਾ ਪਾਸਪੋਰਟ ਅਤੇ ਮੋਬਾਈਲ ਵੀ ਖੋਹ ਲਿਆ ਜਾਵੇ ਤਾਂ ਜੋ ਉਹ ਕਿਸੇ ਨਾਲ ਸੰਪਰਕ ਨਾ ਕਰ ਸਕੇ ਅਤੇ ਨਾ ਹੀ ਇੱਥੋਂ ਵਾਪਸ ਜਾ ਸਕੇ। ਇਸ ਲਈ ਇਸ ਖਤਰਨਾਕ ਗਿਰੋਹ ਨੂੰ ਫੜਨ ਲਈ ਪੁਲਿਸ ਨੇ ਇਹ ਪਤਾ ਲਗਾਉਣ ਦੀ ਵਿਉਂਤ ਬਣਾਈ ਕਿ ਇਸ ਘਿਨੌਣੇ ਕੰਮ ਵਿੱਚ ਕੌਣ-ਕੌਣ ਸ਼ਾਮਲ ਹੈ। ਫਿਰ ਮੈਂ ਇੱਕ ਭਾਰਤੀ ਕੁੜੀ ਹੋਣ ਦੀ ਦਿਖਾਵਾ ਕਰਾਂਗੀ ਅਤੇ ਤੁਹਾਡੇ ਲੋਕਾਂ ਵਿੱਚ ਦਾਖਲ ਹੋਵਾਂਗੀ ਅਤੇ ਤੁਹਾਡੇ ਤੋਂ ਸਾਰੀ ਜਾਣਕਾਰੀ ਆਪਣੇ ਦੋਸਤਾਂ ਤੱਕ ਪਹੁੰਚਾਵਾਂਗੀ। ਅਸੀਂ ਤੁਹਾਡੇ ਦੁਆਰਾ ਵੇਚੀਆਂ ਕੁੜੀਆਂ ਦੇ ਆਖਰੀ 2 ਸਮੂਹਾਂ ਨੂੰ ਆਜ਼ਾਦ ਕਰਾ ਦਿੱਤਾ ਹੈ। ਹੁਣ ਉਹ ਕੁੜੀਆਂ ਆਪਣੇ ਮਾਪਿਆਂ ਕੋਲ ਘਰ ਵਿੱਚ ਸੁਰੱਖਿਅਤ ਹਨ। ਅੱਜ ਮੈਂ ਇਸ ਅੰਗਰੇਜ਼ ਨੂੰ ਫੜਨਾ ਸੀ ਅਤੇ ਤੁਹਾਨੂੰ ਰੰਗੇ ਹੱਥ। ਇਸੇ ਲਈ ਮੈਂ ਇੰਨੇ ਦਿਨਾਂ ਤੋਂ ਚੁੱਪਚਾਪ ਤੁਹਾਡੇ ਲੋਕਾਂ ਦਾ ਤਮਾਸ਼ਾ ਦੇਖ ਰਹੀ ਸੀ। ਉਸਨੇ ਆਪਣੇ ਸਾਥੀਆਂ ਨੂੰ ਅੱਗੇ ਵਧਣ ਅਤੇ ਦੋਵਾਂ ਨੂੰ ਗ੍ਰਿਫਤਾਰ ਕਰਨ ਦਾ ਇਸ਼ਾਰਾ ਕੀਤਾ। ਔਰਤਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਹ ਰੰਗੇ ਹੱਥੀਂ ਫੜੀ ਗਈ ਅਤੇ ਹੁਣ ਉਹ ਜੇਲ੍ਹ ਜਾ ਰਹੀ ਹੈ। ਹੁਣ ਉਹ ਆਪਣੀ ਜਿੱਤ ਦੀ ਬਾਜ਼ੀ ਹਾਰ ਚੁੱਕੀ ਸੀ। ਮੈਂ ਪੂਜਾ ਦਾ ਧੰਨਵਾਦ ਕੀਤਾ। ਪੂਜਾ ਨੇ ਕਿਹਾ ਕਿ ਗਰੀਬ ਲੜਕੀਆਂ ਲਾਲਚ ਵਿੱਚ ਆ ਕੇ ਅਜੇ ਧੋਖੇ ਦਾ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਫਿਰ ਸਾਰੀ ਉਮਰ ਕੈਦ ਵਿੱਚ ਰਹਿੰਦੀਆਂ ਹਨ। ਤੁਹਾਡੇ ਵਰਗੀਆਂ ਕੁੜੀਆਂ ਨੂੰ ਸੋਚ ਸਮਝ ਕੇ ਕਦਮ ਚੁੱਕਣੇ ਚਾਹੀਦੇ ਹਨ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਖੋਜ ਕਰਨੀ ਚਾਹੀਦੀ ਹੈ ਅਤੇ ਫਿਰ ਕਿਸੇ ਤੇ ਭਰੋਸਾ ਕਰਨਾ ਚਾਹੀਦਾ ਹੈ। ਮੈਂ ਪੂਜਾ ਨੂੰ ਕਿਹਾ ਕਿ ਤੂੰ ਠੀਕ ਹੈ। ਅੱਜ ਤੋਂ ਮੈਂ ਜਲਦਬਾਜ਼ੀ ਅਤੇ ਲਾਲਚ ਵਿੱਚ ਕੋਈ ਅਜਿਹਾ ਕਦਮ ਨਹੀਂ ਚੁੱਕਾਂਗੀ ਜਿਸ ਦਾ ਮੈਨੂੰ ਬਾਅਦ ਵਿੱਚ ਪਛਤਾਉਣਾ ਪਵੇ। ਕੁਝ ਦਿਨਾਂ ਬਾਅਦ ਦੁਬਈ ਪੁਲਿਸ ਨੇ ਸਾਨੂੰ ਸਾਡੇ ਦੇਸ਼ ਅਤੇ ਸਾਡੇ ਮਾਪਿਆਂ ਕੋਲ ਵਾਪਸ ਭੇਜ ਦਿੱਤਾ। ਇਹ ਮੇਰੀ ਜ਼ਿੰਦਗੀ ਦਾ ਬਹੁਤ ਕੌੜਾ ਸੱਚ ਸੀ। ਮੇਰੀ ਜ਼ਿੰਦਗੀ ਅਤੇ ਮੇਰੀ ਇੱਜ਼ਤ। ਦੋਸਤੋ, ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਨੋਟੀਫਿਕੇਸ਼ਨ ਬਟਨ ਨੂੰ ਜ਼ਰੂਰ ਦਬਾਇਓ ਜਾਂ ਤੁਹਾਨੂੰ ਅਗਲੀ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।